ਅਸੀਂ ਇਹਦੇ ਵਿੱਚ ਅੱਜ ਜੋ ਦੇਖਣ ਜਾ ਰਹੇ ਹਾਂ ਹੈਗੇ ਬਾਈਬਲ ਸਟੱਡੀ ਦੇ 28ਵੇਂ ਚੈਪਟਰ ਦੇ ਪਹੁੰਚ ਗਏ। ਬਹੁਤ ਹੀ ਇੰਟਰਸਟਿੰਗ ਜਿਹੜਾ ਚੈਪਟਰ ਹੈਗਾ ਆ ਪੈਦਾਇਸ਼ ਉਸ ਤੋਂ ਜੈਨਸਿਸ ਆਪਾਂ ਜਿਹਨੂੰ ਕਹਿੰਦੇ ਆ, ਉਹਦੇ ਵਿੱਚ ਯਾਕੂਬ ਨੂੰ ਹੁਣ ਖੁਦਾਵੰ ਨੇ ਦਰਸ਼ਨ ਦੇਣਾ ਹੈ। ਬੜੀ ਇੱਥੇ ਇੰਟਰਸਟਿੰਗ ਚੀਜ਼ ਆ ਕਿ ਅਸੀਂ ਇੱਥੋਂ ਤੱਕ ਪਹੁੰਚੇ ਆ ਕਿ ਹੁਣ ਇਹਦੇ ਵਿੱਚ ਯਾਕੂਬ ਜਿਹੜਾ ਹੈ ਉਹ ਘਰ ਛੱਡ ਚੁੱਕਿਆ ਹੈ। ਉਹਨੇ ਆਪਣੇ ਭਰਾ ਦਾ ਜਿਹੜਾ ਹੱਕ ਹੈ ਆਪਣੇ ਉੱਤੇ ਹੋਣ ਦਾ ਉਹ ਲੈ ਲਿਆ ਹੋਇਆ। ਪਿਛਲੇ ਅਸੀਂ ਚੈਪਟਰ 'ਚ ਉਹਨੂੰ ਡਿਸਕਸ ਕੀਤਾ ਸੀ ਤੇ ਉਸ ਤੋਂ ਬਾਅਦ ਉਹਨੇ ਬਰਕਤ ਵੀ ਲੈ ਲਈ ਹੋਈ ਆ ਤੇ ਇਹਦੇ ਵਿੱਚ ਉਹਦੀ ਮਾਂ ਦਾ ਉਹਦੇ ਨਾਲ ਪੂਰਾ ਸਹਿਯੋਗ ਆ ਤੇ ਉਹ ਹੁਣ ਜੀ ਘਰੋਂ ਨਿਕਲ ਚੁੱਕਿਆ ਹੋਇਆ ਤੇ ਸਿੱਧੀ ਚੱਲਦੇ ਆ। इसहाक ने याकूब ਨੂੰ ਬੁਲਾਇਆ और ਬਰਕਤ ਦਿੱਤੀ। ਉਹਨੂੰ ਇਹ ਕਹਿ ਕੇ ਹੁਕਮ ਦਿੱਤਾ ਕਿ ਤੂੰ ਕਨਾਨੀ ਧੀਆਂ ਵਿੱਚੋਂ ਔਰਤ ਆਪਣੇ ਲਈ ਨਾ ਲੈ ਕੇ ਆਵੀਂ। ਉੱਠ ਪਦਨ ਆਰਾਮ ਨੂੰ ਆਪਣੇ ਨਾਨੇ ਬਥੂਏਲ ਦੇ ਘਰ ਨੂੰ ਚਲੇ ਤੇ ਉੱਥੋਂ ਆਪਣੇ ਮਾਮਲੇ ਲਬਾਨ ਦੀਆਂ ਧੀਆਂ ਵਿੱਚੋਂ ਇੱਕ ਆਪਣੇ ਲਈ ਔਰਤ ਕਰ ਲਈ ਅਤੇ ਸਰਵ ਸ਼ਕਤੀਮਾਨ ਪਰਮੇਸ਼ਰ ਨੂੰ ਬਰਕਤ ਦੇ ਉਹ ਤੈਨੂੰ ਫਲਵਾਨ ਬਣਾਵੇ, ਤੈਨੂੰ ਵਧਾਵੇ ਔਰ ਤੂੰ ਬਹੁਤ ਕੌਮਾਂ ਦਾ ਦਲ ਪਾਵੇਂ। ਤੈਨੂੰ ਅਬਰਾਹਮ ਦੀ ਬਰਕਤ ਤੇ ਤੇਰੇ ਨਾਲ ਤੇਰੇ ਅੰਸ਼ ਨੂੰ ਵੀ ਦੇਵੇ ਤਾਂ ਤੂੰ ਆਪਣੇ ਮੁਸਤਾਫੀ ਦੇ ਦੇਸ਼ ਨੂੰ ਜਿਹੜਾ ਪਰਮੇਸ਼ਰ ਨੇ ਅਬਰਾਹਮ ਨੂੰ ਦਿੱਤਾ ਵਿਰਸੇ ਵਿੱਚ ਕਰੇ। ਸੋ ਇਸਹਾਕ ਨੇ ਯਾਕੂਬ ਨੂੰ ਤੋਰ ਦਿੱਤਾ ਤੇ ਉਹ ਬਦਨ ਆਰਾਮ ਵਿੱਚ ਲਬਾਨ ਦੇ ਕੋਲ ਗਿਆ ਜਿਹੜਾ ਅਰਾਮੀ ਬਥੂਏਲ ਦਾ ਪੁੱਤਰ ਔਰ ਯਾਕੂਬ ਔਰ ਈਸਾਊ ਦੀ ਮਾਤਾ ਦਾ ਰਿਬਕਾ ਦਾ ਭਰਾ ਉਸਦਾ ਮਾਮਾ ਸੀ। ਤਾਂ ਈਸਾਊ ਨੇ ਵੇਖਿਆ ਕਿ ਇਸਹਾਕ ਨੇ ਯਾਕੂਬ ਨੂੰ ਤਾਂ ਬਰਕਤ ਦੇ ਦਿੱਤੀ, ਉਹਨੂੰ ਪਦਨ ਆਰਾਮ ਵਿੱਚ ਵੀ ਭੇਜ ਦਿੱਤਾ ਕਿ ਉੱਥੋਂ ਆਪਣੇ ਲਈ ਔਰਤ ਲੈ ਕੇ ਆਵੇ ਤੇ ਉਹਨੂੰ ਬਰਕਤ ਦਿੰਦੇ ਇਹ ਵੀ ਕਿਹਾ ਕਿ ਤੂੰ ਕਨਾਨੀਆਂ ਦੀਆਂ ਧੀਆਂ ਵਿੱਚ ਔਰਤ ਨਾ ਕਰੀ। ਤੇ ਯਾਕੂਬ ਆਪਣੇ ਮਾਤਾ ਪਿਤਾ ਦੇ ਸੁਣ ਕੇ ਪਦਮ ਆਰਾਮ ਨੂੰ ਚਲਾ ਵੀ ਗਿਆ। ਤਾਂ ਈਸਾਊ ਨੇ ਵੇਖਿਆ ਕਿ ਕਨਾਨ ਦੀਆਂ ਧੀਆਂ ਮੇਰੇ ਪਿਤਾ ਇਸਹਾਕ ਦੀਆਂ ਅੱਖਾਂ ਵਿੱਚ ਬੁਰੀਆਂ ਹਨ। ਤਾਂ ਫਿਰ ਈਸਾਊ ਇਸ਼ਮਾਇਲ ਕੋਲ ਗਿਆ ਤੇ ਅਬਰਾਹਮ ਦੇ ਪੁੱਤਰ ਇਸਮਾਇਲ ਦੀ ਧੀ ਔਰ ਨਬਾਯੋਤ ਦੀ ਭੈਣ ਮਹਿਲਤ ਨੂੰ ਆਪਣੇ ਲਈ ਲੈ ਕੇ ਆਪਣੀ ਦੂਜੀਆਂ ਔਰਤਾਂ ਦੇ ਨਾਲ ਰਲਾ ਲਿਆ। ਯਾਕੂਬ ਸਭਾ ਤੋਂ ਚੱਲ ਕੇ ਹਰਾਨ ਨੂੰ ਗਿਆ ਤੇ ਇੱਕ ਥਾਂ ਤੇ ਪਹੁੰਚਿਆ। ਉੱਥੇ ਰਾਤ ਕੱਟੀ ਕਿਉਂਕਿ ਸੂਰਜ ਡੁੱਬ ਗਿਆ ਸੀ। ਪਰ ਇੱਕ ਪੱਥਰ ਉਸ ਥਾਂ ਤੋਂ ਲੈ ਕੇ ਆਪਣੇ ਸਰਾਣੇ ਰੱਖ ਲਿਆ ਤੇ ਉਹ ਉਸ ਥਾਂ ਲੇਟ ਗਿਆ ਔਰ ਸੁਪਨਾ ਦੇਖਿਆ ਤੇ ਵੇਖੋ ਪੌੜੀ ਧਰਤੀ ਉੱਤੇ ਰੱਖੀ ਸੀ। ਉਹ ਟੋਟੇ ਆਕਾਸ਼ ਦਿਖ ਸੀ ਔਰ ਵੇਖੋ ਪਰਮੇਸ਼ਰ ਦੇ ਦੂਤ ਉਸ ਚੜ੍ਹਦੇ ਉਤਰਦੇ ਸਨ। ਪਰ ਵੇਖੋ ਯਹੋਵਾ ਉਸਦੇ ਕੋਲ ਖਲੋਤਾ ਸੀ ਔਰ ਉਸਨੇ ਆਖਿਆ ਮੈਂ ਯਹੋਵਾ ਤੇਰੇ ਪਿਤਾ ਪਰਮੇਸ਼ਰ, ਮੈਂ ਯਹੋਵਾ ਤੇਰੇ ਪਿਤਾ ਅਬਰਾਹਮ ਦਾ ਪਰਮੇਸ਼ਰ ਹਾਂ ਔਰ ਇਸਹਾਕ ਦਾ ਵੀ ਪਰਮੇਸ਼ਰ ਹਾਂ। ਜਿਸ ਧਰਤੀ ਤੋਂ ਪਿਆ ਹੈ ਮੈਂ ਤੈਨੂੰ ਔਰ ਤੇਰੀ ਅੰਸ਼ ਨੂੰ ਦੇਣ ਵਾਲਾ ਹੈ ਔਰ ਤੇਰੀ ਅੰਸ਼ ਧਰਤੀ ਦੀ ਧੂੜ ਵਾਂਗੂ ਹੋਵੇਗੀ ਔਰ ਤੂੰ ਲਹਿੰਦੇ ਤੇ ਚੜ੍ਹਦੇ ਔਰ ਉੱਤਰ ਔਰ ਦੱਖਣ ਵਿੱਚੋਂ ਵੱਲ ਨੂੰ ਫੁੱਟ ਨਿਕਲੇਗਾ ਔਰ ਤੇਥੋਂ ਤੇਰੀ ਵੰਸ਼ ਤੋਂ ਪ੍ਰਿਥਵੀ ਦੇ ਸਾਰੇ ਟੱਬਰ ਬਰਕਤ ਪਾਉਣਗੇ। ਵੇਖ ਮੈਂ ਤੇਰੇ ਅੰਗ ਸੰਗ ਹਾਂ ਔਰ ਜਿੱਥੇ ਕਿਤੇ ਤੂੰ ਜਾਵੇਂਗਾ ਮੈਂ ਤੇਰੀ ਰਾਖੀ ਕਰਾਂਗਾ ਔਰ ਤੈਨੂੰ ਫੇਰ ਇਸ ਦੇਸ਼ ਵਿੱਚ ਲੈ ਜਾਵਾਂਗਾ ਔਰ ਜਿੰਨਾ ਚਿਰ ਤੱਕ ਤੇਰੇ ਨਾਲ ਆਪਣਾ ਬੋਲ ਪੂਰਾ ਨਾ ਕਰ ਲਵਾਂ ਮੈਂ ਤੈਨੂੰ ਨਹੀਂ ਵਿਸਾਰਾਂਗਾ। ਔਰ ਫਿਰ ਯਾਕੂਬ ਆਪਣੀ ਨੀਂਦ ਤੋਂ ਜਾਗ ਗਿਆ ਔਰ ਸੱਚ ਮੁੱਚ ਇਸ ਜਗ੍ਹਾ ਉੱਤੇ ਇਸ ਸਥਾਨ ਵਿੱਚ ਜੋ ਹੈ ਉਸਨੇ ਆਖਿਆ ਮੈਂ ਨਹੀਂ ਜਾਣਾ। और उस पे खा के या कि इस स्थान के अंदर ध्यान रखे परमेश्वर के घर बने से कुछ और हो ही नहीं सकता। ये होर स्थान नहीं है सगो ये तो आकाश की ड्योड़ी है। यीशु सवेरे उठा उस पत्थर को ले लिया उसने सिर रखा सी थमले खड़ा किया और उस पे तेल डोलिया। उसने उस स्थान का नाम बेतेल रखा। पर पहले लोग उस नगर का नाम लूज कह के पुकारते सी। याकूब ने एक कह के सुखना सुखी कि जे यहोवा खुदा बाप मेरे अंग संग होवे ਤੇ ਪਰਮੇਸ਼ਰ ਇਸ ਮਾਰਗ ਵਿੱਚ ਤੇ ਮੈਂ ਤੁਰਿਆ ਮੇਰੀ ਰਾਖੀ ਕਰੇ ਤੇ ਮੈਨੂੰ ਖਾਣ ਨੂੰ ਪ੍ਰਸ਼ਾਦ ਭੋਜਨ ਤੇ ਮੈਨੂੰ ਪਾਉਣ ਨੂੰ ਕੱਪੜਾ ਮੇਰੇ ਤਨ ਨੂੰ ਵਸਤਰ ਤੇ ਸ਼ਾਂਤੀ ਨਾਲ ਆਪਣੇ ਪਿਤਾ ਦੇ ਘਰ ਵਾਪਸ ਪਹੁੰਚਾਵੇ ਤੇ ਯਹੋਵਾ ਮੇਰਾ ਪਰਮੇਸ਼ਰ ਹੋਵੇਗਾ ਤੇ ਇਹ ਪੱਥਰ ਜਿਸ ਨੂੰ ਮੈਂ ਥੰਮ ਖੜਾ ਕੀਤਾ ਯਹੋਵਾ ਦਾ ਘਰ ਹੋਵੇਗਾ ਔਰ ਸਾਰੀਆਂ ਚੀਜ਼ਾਂ ਜੋ ਵੀ ਤੂੰ ਮੈਨੂੰ ਦੇਵੇਂਗਾ ਮੈਂ ਜ਼ਰੂਰ 10ਵਾਂ ਹਿੱਸਾ ਤੈਨੂੰ ਦਿਆਂਗਾ। ਜੀ ਇੱਥੇ ਗੱਲ ਹੋ ਗਈ ਹੁਣ ਦੈਸ਼ ਦੀ। ਅਸੀਂ ਇਹਦੇ ਵਿੱਚ ਬਹੁਤ ਹੀ ਇੰਟਰਸਟਿੰਗ ਤਰੀਕੇ ਨਾਲ ਦੇਖਿਆ ਕਿ ਯਾਕੂਬ ਪਹਿਲਾਂ ਅਸੀਂ ਦੇਖਿਆ ਕਿ ਪਹਿਲਾਂ ਉਹ ਜਿੱਦਾਂ ਨਹੀਂ ਖੇਡਣ ਵਾਲੇ ਜਿੱਦਾਂ ਮਤਲਬ ਤੁਸੀਂ ਆਪਣੇ ਬਾਪ ਦੇ ਘਰ ਦੇ ਵਿੱਚ ਕਿ ਕੋਈ ਕੰਮ ਕਰਦੇ ਆ ਤਾਂ ਉਹ ਕੰਮ ਕਰਦੇ ਕਰਦੇ ਤੁਸੀਂ ਖੇਲਦੇ ਆ ਹਨਾ। ਉਹ ਪਹਿਲਾਂ ਜਿਹੜੇ ਕੰਮ ਕਰਦਾ ਉਹ ਐਕਚੁਅਲੀ ਮਤਲਬ ਉਹ ਫਸ ਕਰੀ ਜਾ ਰਿਹਾ ਉਹਦਾ ਸੇਕ ਆਫ ਡੂਇੰਗ ਹੈ ਨਾ। ਪਰ ਕਿਉਂਕਿ ਉਹਨੇ ਆਪਣੀ ਮਾਂ ਦੇ ਕਹਿ ਦਿੱਤੇ ਉਹਦੀ ਉਹ ਵੀ ਬਰਕਤ ਨੂੰ ਵੀ ਲੈ ਲਿਆ। ਐਂਡ ਫਿਰ ਅਸੀਂ ਦੇਖਿਆ ਕਿ ਉਹਦੀ ਆਪਣੀ ਜਿਹੜੀ ਜ਼ਿੰਦਗੀ ਐਕਚੁਅਲੀ ਹੋਣੀ ਸ਼ੁਰੂ ਹੋਈ ਆ ਹਨਾ। ਪਰ ਇਹਦੇ ਵਿੱਚ ਜਿਹੜੀ ਅਸੀਂ ਚੀਜ਼ ਦੇਖੀ ਹੈ ਕਿ ਉਹਦੇ ਪਿਓ ਨੇ ਜਿਹੜਾ ਉਹਨੂੰ ਬੁਲਾ ਕੇ ਮਤਲਬ ਹੁਕਮ ਵੀ ਦਿੱਤਾ ਤੇ ਉਹਦੇ ਵਿੱਚ ਉਹਨੂੰ ਉਹਦੇ
ਪਿਓ ਨੇ ਇੱਕ ਸਮਝੌਤੀ ਦਿੱਤੀ ਹੈ ਕਿ ਤੂੰ ਕਨਾਨੀਆਂ ਦੀ ਧੀਆਂ ਵਿੱਚ ਜਿਹੜੇ ਏਰੀਏ ਦੇ ਵਿੱਚ ਉਹ ਹੈਗੇ ਸੀ ਉੱਥੋਂ ਔਰਤ ਨਹੀਂ ਆਪਣੇ ਲਈ ਕਰਨੀ, ਤੂੰ ਆਪਣੇ ਮਾਮੇ ਦੀਆਂ ਧੀਆਂ ਦੇ ਵਿੱਚੋਂ ਇੱਕ ਆਪਣੇ ਲਈ ਔਰਤ अपने मतलब विआह करना। एक तो उन्हें समझौते उन्हें दिते, दूसरा चलो वो अपने मां बाप के कहने कर रहा भाव उन्हें जो भी किया है सुभाव मुताबिक ਉਹਦਾ ਨਾਂ ਜਿਹੜਾ ਨਾਂ ਦਾ ਮਤਲਬ ਧੋਖੇਬਾਜ਼ ਹੈ। पर ਹੁਣ ਜਿਹੜੀ ਉਹਦੀ ਦੂਸਰੀ ਚੀਜ਼ ਅਸੀਂ ਦੇਖਦੇ ਹਾਂ ਕਿ ਉਹਨੇ ਪਰਮੇਸ਼ਰ ਦਾ ਜਿਹੜਾ ਉਹਦੇ ਪਿਓ ਕੋਲੋਂ ਅਸੀਸ ਜਿਹੜੀ ਮਿਲੀ ਆ ਉਹਦਾ ਸ਼ੁਰੂਆਤ ਹੋ ਗਈ ਹੈ ਸਭ ਨਜ਼ਰ ਆਉਂਦੀ ਹੈ ਨਾ ਉਹਦੇ ਪ੍ਰੋਮਿਸਿਸ ਦੀ ਕਿ ਜਦੋਂ ਉਹ ਜਿਹੜਾ ਪੱਥਰ ਆ ਉੱਥੇ ਮਤਲਬ ਰਸਤੇ ਵਿੱਚ ਉਹ ਟਿਕਦਾ ਹੈ ਸੌਂਦਾ ਹੈ ਉਸ ਤੋਂ ਪਹਿਲਾਂ ਉਹ ਸਾਨੂੰ ਉਹਦੀ ਜ਼ਿੰਦਗੀ ਦੇ ਵਿੱਚ ਪਰਮੇਸ਼ਰ ਦਾ ਐਡਾ ਵੱਡਾ ਕੰਮ ਨਜ਼ਰ ਕੋਈ ਨਹੀਂ ਆਉਂਦਾ। ਹੁਣ ਪਰਮੇਸ਼ਰ ਨੂੰ ਸ਼ੁਰੂ ਕਰਨਾ ਖੁਦਾ ਬਾਪ ਨੇ ਤੇ ਉਹਦੇ ਉੱਤੇ ਉਹ ਅਸੀਂ ਅਫਸੀਆਂ ਦੂਸਰੇ ਦੀ ਜਿਹੜੀ 20ਵੀਂ ਤੇ 22ਵੀਂ ਆਇਤ ਵਿੱਚ ਵੀ ਦੇਖ ਸਕਦੇ ਹਾਂ ਕਿ ਕਿਸ ਤਰ੍ਹਾਂ ਖੁਦਾ ਉਹਨੂੰ ਹਮੇਸ਼ਾ ਗਾਈਡ ਕਰਦਾ ਰਿਹਾ ਉਹਦੇ ਵਿਚਾਰਾਂ ਨੂੰ ਵੀ ਲੈ ਕੇ ਤੇ ਕਿਸ ਤਰ੍ਹਾਂ ਉਹ ਆਪਣੇ ਜਿਹੜਾ ਉਹਦਾ ਯਕੀਨ ਆ ਉਹਦੇ ਵਿੱਚ ਉਹ ਵਫਾਦਾਰ ਰਿਹਾ ਕਿ ਉਹਨੇ ਉੱਥੇ ਇੱਕ ਨੇਮ ਬੰਨਿਆ ਹੈ ਕਿ ਮੈਂ 10ਵਾਂ ਹਿੱਸਾ ਤੈਨੂੰ ਦਊਂਗਾ ਜਦੋਂ ਤੂੰ ਮੈਨੂੰ ਵਾਪਸ ਠੀਕ ਠਾਕ ਲੈ ਕੇ ਆਏਂਗਾ ਤੇ ਮੈਨੂੰ ਤੂੰ ਇੱਕ ਸੁਖਣਾ ਸੁਖੀਆ ਕਿ ਤੂੰ ਮੈਨੂੰ ਖਾਣ ਨੂੰ ਦੇਖੋ ਜ਼ਰੂਰਤਾਂ ਦੀ ਉਹਨੇ ਕਿਹੜੀ ਚੀਜ਼ਾਂ ਕਿ ਮੈਨੂੰ ਖਾਣ ਨੂੰ ਭੋਜਨ ਹੋਵੇ ਤਨ ਤੇ ਪਾਉਣ ਨੂੰ ਕੱਪੜਾ ਹੋਵੇ ਤੇ ਮੈਨੂੰ ਸੁਖ ਸ਼ਾਂਤੀ ਮਿਲੇ ਆਹ ਚੀਜ਼ਾਂ ਮੰਗੀਆਂ ਉਹਨੇ ਤੇ ਮੈਂ ਜੋ ਕੁਛ ਕਮਾਵਾਂ ਉਹਦੇ ਵਿੱਚੋਂ ਮੈਂ ਜ਼ਰੂਰ ਕੱਢੂਗਾ ਤੇ ਤੇਰਾ ਘਰ ਇੱਥੇ ਤੇਰਾ ਮਜ਼ਬਾ ਇੱਥੇ ਬਣਾਉਂਗਾ ਤੇ ਉਹ ਆ ਜਿਹੜੀ ਜਗ੍ਹਾ ਕਿਸੇ ਹੋਰ ਚੀਜ਼ ਦੀ ਤੇ ਹੈ ਹੀ ਨਹੀਂ ਕਿਉਂਕਿ ਉਹਦਾ ਸੁਪਨੇ ਚ ਉਹਨੇ ਦੇਖਿਆ ਕਿ ਦੂਤ ਚੜ ਰਿਹਾ ਉਤਰ ਰਿਹਾ ਤੇ ਖੁਦਾ ਉਹਨਾਂ ਦੇ ਕੋਲ ਖੜਾ ਕਹਿੰਦਾ ਆਹ ਜਗ੍ਹਾ ਹੋਰ ਕਿਸੇ ਚੀਜ਼ ਲਈ ਤਾਂ ਨਹੀਂ ਹੋ ਸਕਦੀ। ਇੱਥੇ ਉਹਨੇ ਆ ਨਹੀਂ ਕਿਹਾ ਕਿ ਮੈਂ ਇੱਥੇ ਇੱਕ ਬਹੁਤ ਵੱਡਾ ਬੁਰਜ ਬਣਾ ਦੂੰਗਾ ਮੈਂ ਆਪਣਾ ਮਹਿਲ ਬਣਾ ਲੂੰਗਾ ਮੇਰੀਆਂ ਰਾਣੀਆਂ ਮੇਰੀ ਪਤਨੀ ਇੱਥੇ ਰਹੇਗੀ ਨਹੀਂ ਕਿਤੇ ਜੰਗਲ ਦਾ ਘਰ ਜਿਹੜੇ ਖੁਦਾ ਦੇ ਲੋਕ ਨਾ ਸਭ ਤੋਂ ਪਹਿਲਾਂ ਉਹ ਘਰ ਖੁਦਾ ਦੇ ਬਾਰੇ ਚ ਤੋਂ ਬਿਨਾਂ ਹੋਰ ਕੁਝ ਸੋਚ ਨਹੀਂ ਸਕਦੇ ਵੀ ਪਲਾਨ ਵੀ ਕਹਿੰਦਾ ਅੱਛੇ ਬਾਕੀ ਸਾਰੀਆਂ ਚੀਜ਼ਾਂ ਦੇ ਦਿੱਤੀਆਂ ਜਾਣਗੇ। ਉਸ ਦੇ ਵਿੱਚੋਂ ਅਸੀਂ ਇਹ ਦੇਖਦੇ ਹਾਂ ਕਿ ਲੈਟਰ ਜਿਹੜੀ ਮਤਲਬ ਪੌੜੀਆਂ ਉਹਨੂੰ ਦਿਖਾਈ ਦਿੱਤੀਆਂ ਉਹ ਉਹਦੀ ਜ਼ਿੰਦਗੀ ਦੇ ਵਿੱਚ ਮਤਲਬ ਉਹਦੀ ਜਿਹੜੀ ਸ਼ੁਰੂਆਤ ਅਸੀਂ ਜਿਹੜੀ ਗੱਲ ਕੀਤੀ ਹੈਗੀ ਆ ਖੁਦਾ ਦੇ ਨਾਲ ਉਹਦੀ ਸ਼ੁਰੂਆਤ ਦਾ ਤੇ ਚੜ੍ਹਨ ਦਾ ਉਹਨੂੰ ਸਟੈਪਸ ਨਜ਼ਰ ਆ ਗਏ ਤੇ ਖੁਦਾ ਨੇ ਦੇ ਵਿੱਚ ਉਹਨੇ ਆਪਣੇ ਜਿਹੜੇ ਆਪਣੇ ਕਾਨੂੰਨ ਸਭ ਤੋਂ ਪਹਿਲਾਂ ਸਾਧ ਲਿਆ ਕਿ ਜੋ ਕੁਛ ਮੈਂ ਲੈਣਾ ਪਹਿਲੀ ਤਾਂ ਗੱਲ ਕਾਨੂੰਨ ਦਾ ਪਹਿਲਾ ਨੰਬਰ ਕਿ ਤੇਰਾ ਘਰ ਤੇਰਾ ਮਸਬਾ ਤੇ ਜੋ ਵੀ ਕੁਛ ਮੈਂ ਕਮਾਵਾਂ ਉਹਦੇ ਵਿੱਚੋਂ ਤੈਨੂੰ ਮੈਂ ਦੇਣਾ ਆ ਮਤਲਬ 10ਵਾਂ ਹਿੱਸਾ ਤੇ ਮੈਨੂੰ ਠੀਕ ਠਾਕ ਆ ਉਹਦਾ ਕਾਨੂੰਨ ਦੇ ਉੱਤੇ ਚੜ੍ਹਨਾ ਉਹਨਾਂ ਪੌੜੀਆਂ ਤੇ ਚੜ੍ਹਨਾ ਸ਼ੁਰੂ ਹੋ ਗਿਆ ਜਿੱਥੇ ਉਹਨੂੰ ਫਰਿਸ਼ਤੇ ਚੜ੍ਹਦੇ ਚੜ੍ਹਦੇ ਨਜ਼ਰ ਆਉਂਦੇ ਹਨ। ਹੁਣ ਇੱਥੇ ਮਤਲਬ ਜਿਹੜਾ ਉਹਦੇ ਸੁਪਨੇ ਵਿੱਚ ਤੁਸੀਂ ਦੇਖਿਆ ਕਿ ਮਤਲਬ ਖੁਦਾ ਨੂੰ ਉਹਨੇ ਦੇਖਿਆ ਐਕਚੁਅਲੀ ਸੁਪਨਾ ਵੀ ਜਾਂਦਾ ਕੋਈ ਇਹ ਕਿ ਕੋਈ ਸ਼ੱਕ ਨਹੀਂ ਹੈਗੀ ਕਿ ਉਹ ਜ਼ਿੰਦਗੀ ਵਿੱਚ एक्चुअली बर्थ ऑलरेडी है अभी कहना है जो भी मतलब उन्हें अपनी मां दे कहते क्योंकि ਉਹਦੀ ਮਾਂ ਦੇ ਨਾਲ ਖੁਦਾ ਦੀ ਨੇੜਤਾ ਇਸ ਤਰ੍ਹਾਂ ਸਾਨੂੰ ਨਜ਼ਰ ਆਉਂਦੀ ਹੈ ਕਿ ਜਿਹਦੇ ਮਾਪੇ ਜਿਹੜੇ ਉਹ ਇਹ ਉਹੀ ਇਸਹਾਕ ਆ ਜਿਹਨੂੰ ਚੁਣ ਦਿੱਤਾ ਗਿਆ ਸੀ ਲੱਕੜੀਆਂ ਦੇ ਉੱਤੇ ਕਿ ਇਹਨੂੰ ਖੁਦਾ ਦੀ ਮਤਲਬ ਉਹਨੂੰ ਭੇਂਟ ਕਰਨਾ ਤੇ ਪਿਓ ਨੇ ਇਸ ਬੰਦੇ ਨੂੰ ਲੁਕੋਇਆ ਨਹੀਂ ਖੁਦਾ ਕੋਲ ਕੋਈ ਸੀ ਹਨਾ ਐਂਡ ਇਹ ਉਹ ਮਤਲਬ ਕੁਰਬਾਨੀ ਦਾ ਜਿਹਦੀ ਜਗ੍ਹਾ ਤੇ ਖੁਦਾ ਨੇ ਲੀਲਾ ਪ੍ਰੋਵਾਈਡ ਜਿਹਦੀ ਜਗ੍ਹਾ ਉਹਨੇ ਆਪਣੇ ਸ਼ਤਰ ਪ੍ਰੋਵਾਈਡ ਕੀਤਾ ਐਂਡ ਮਾਂ ਇਹ ਉਹੀ ਮਾਂ ਹੈ ਜਿਹਨੇ ਮਤਲਬ ਅਸੀਂ ਦੇਖ ਕੇ ਆਇਆ ਕਿ ਜਿਹਨੇ ਕਿਹਾ ਆਪਣੇ ਮਾਂ ਪਿਓ ਨੂੰ ਵੀ ਕਿ ਕਹਿੰਦੀ ਕਿ ਨਹੀਂ ਮੈਂ ਜਾਊਂਗੀ ਇਹਦੇ ਨਾਲ ਕਿਉਂਕਿ ਮਤਲਬ ਜਿਹਨੇ ਕਿਹਾ ਮੈਂ ਪਾਣੀ ਪਿਆਉਂਗੀ ਜਿਹਦੇ ਹੱਥਾਂ ਵਿੱਚ ਪਿਆਰ ਦੇ ਕੜੇ ਉਹਦੇ ਫਾਦਰ ਨੇ ਮਤਲਬ ਅਬਰਾਹਮ ਨੇ ਭੇਜਿਆ ਮੈਨੂੰ ਬਹੁਤ ਅੱਛਾ ਲੱਗਦਾ ਇਹ ਤਾਂ ਜਦੋਂ ਕਿਸੇ ਵੱਡਿਆਂ ਦੀਆਂ ਚੀਜ਼ਾਂ ਦੇਖਦੇ ਸੁਣਦੇ ਮਹਿਸੂਸ ਹੁੰਦਾ ਉਹ ਪਿਆਰ ਹੈ ਨਾ ਐਂਡ ਪਰ ਇਹਨੂੰ ਇਹ ਮਹਿਸੂਸ ਕਰ ਗਿਆ ਕਿ ਇਹਦੇ ਵੱਡੇ ਪੁੱਤ ਨਾਲੋਂ ਛੋਟਾ ਟੈਲੈਂਟਡ ਜ਼ਿਆਦਾ ਹੈ ਛੋਟੇ ਵਿੱਚ ਕੁਝ ਚੀਜ਼ਾਂ ਇਸ ਕਰਕੇ ਉਹਨੂੰ ਉਹਦਾ ਟੈਲੈਂਟ ਨਜ਼ਰ ਆਉਣਾ ਸ਼ੁਰੂ ਹੋ ਗਿਆ ਕਿ ਉਹ ਖੁਦਾ ਦੇ ਨਾਲ ਨੇਮ ਵੀ ਸੁਣਨਾ ਬੰਦ ਲਿਆ ਸੀ ਆ ਵੀ ਦੇਖ ਲਿਆ ਉਹ ਪੂਰਾ ਉਤਰਦਾ ਨਜ਼ਰ ਆਉਂਦਾ ਸਾਨੂੰ ਹਨਾ। ਹੁਣ ਇਹਦੇ ਵਿੱਚ ਸਾਨੂੰ ਜਿਹੜੀ ਇੱਕ ਚੀਜ਼ ਜਿਹੜੀ ਮੈਂ ਦੇਖੀ ਹੈ ਜਿਹੜੀ ਮੈਂ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਨਾ ਚਾਹੂੰਗੀ ਉਹ ਹੈਗੀ ਆ ਕਿ ਜਦੋਂ ਉਹ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਰਦਾ ਆ ਮਤਲਬ ਉਹ ਜਗ੍ਹਾ ਦਾ ਨਾਂ ਤੱਕ ਬਦਲ ਜਾਂਦਾ ਬੇਸ ਉਹਦਾ ਬੈਤੇਲ ਹੈ ਨਾ ਜਗ੍ਹਾ ਦਾ ਨਾਂ ਪਹਿਲਾਂ ਉਹਦਾ ਨਾਂ ਸੀ ਲੂਜ਼ ਤੇ ਬਾਅਦ ਵਿੱਚ ਉਹਦਾ ਨਾਂ ਹੋ ਜਾਂਦਾ ਬੈਤੇਲ ਹੈ ਨਾ ਕਿਉਂਕਿ ਉਹ ਜਿਹੜੀ ਜਗ੍ਹਾ ਆ ਉਹ ਐਕਚੁਅਲੀ ਖੁਦਾ ਦੀ ਬਖਸ਼ਿਸ਼ ਦੀ ਤੇ ਉਹ ਪ੍ਰੋਟੈਕਸ਼ਨ ਦੀ ਜਗ੍ਹਾ ਬਣ ਗਈ ਤੇ ਹੈ ਵੀ ਸੀ ਤੇ ਪਰ ਉਹਨੂੰ ਕਬਜ਼ੇ ਚ ਲਿਆਉਂਦਾ ਹੀ ਹੁਣ ਜਿੱਦਾਂ ਨਹੀਂ ਕਈ ਵਾਰੀ ਕਹਿੰਦੇ ਤੁਸੀਂ ਕਹਿੰਦੇ ਕਿ ਬੜੀ ਪਹਿਲਾਂ ਲੂਜ਼ ਸੀ ਉਹਦਾ ਨਾਂ ਮਤਲਬ ਗਵਾ ਦੇਣ ਵਾਲੇ
बड़ा पर फिर उस तो पिछू बैथ ਉਹਦਾ ਨਾਂ ਪੈ ਜਾਂਦਾ ਜਿਹੜਾ ਬਹੁਤ ਜ਼ਬਰਦਸਤ ਹੈਗਾ ਐਂਡ ਕਿਉਂਕਿ ਇਹ ਜਿਹੜੀ ਜਗ੍ਹਾ ਹੈ ਬਾਅਦ ਵਿੱਚ ਸਮੇਟਣ ਵਾਲੀ ਜਗ੍ਹਾ ਬਣ ਜਾਂਦੀ ਹੈ ਖੁਦਾ ਇੱਥੇ ਮਤਲਬ ਲੋਕਾਂ ਨੂੰ ਉਹਦਾ ਕੰਮ ਇੱਥੋਂ ਸ਼ੁਰੂ ਹੋਣ ਵਾਲਾ ਜਿਹੜੀ ਜਗ੍ਹਾ ਹੈ ਬਣ ਜਾਂਦੀ ਆਪਣੇ ਆਪ ਦੇ ਵਿੱਚ ਇਹ ਹਨਾ ਦੂਸਰਿਆਂ ਨੂੰ ਆਪਣੇ ਵੱਲ ਬਣਾਉਣ ਵਾਲੀ ਆਪਣੇ ਨਾਲ ਜੋੜਨ ਵਾਲੀ ਜਿਹੜੀ ਜਗ੍ਹਾ ਬਣ ਜਾਂਦੀ ਹੈ ਕਿਉਂਕਿ ਇਹ ਉਹਨੇ ਕਹਿਣਾ ਮੰਨਿਆ ਹੁੰਦਾ ਇੱਥੇ ਅਸੀਂ ਮਤਲਬ ਇੱਕ ਤੁਹਾਡੇ ਨਾਲ ਮੈਂ ਗੱਲ ਕਰੂੰਗੀ ਕਿ ਅਗਰ ਤੁਸੀਂ ਸਾਰੇ ਜਿਹੜੀ ਇੱਥੇ ਚੀਜ਼ ਕਹਿਣਾ ਮੰਨਣ ਦੀ ਜਿਹੜੀ ਗੱਲ ਇੱਥੇ ਨਜ਼ਰ ਆਉਂਦੀ ਹੈ ਐਂਡ ਉਹਦੇ ਸੁਭਾਅ ਵਿੱਚ ਮੈਨੂੰ ਦੋ ਚੀਜ਼ਾਂ ਲੱਭਦੀਆਂ ਜਿਹੜੀਆਂ ਬਹੁਤ ਹੀ ਇੰਟਰਸਟਿੰਗ ਆ ਤੁਸੀਂ ਅਗਰ ਚਾਹੋ ਤਾਂ ਇਹਨੂੰ ਤੁਸੀਂ ਦੇਖ ਸਕਦੇ ਹੋ ਜਿਹਨੂੰ ਆਪਾਂ ਕਹਿੰਦੇ ਹੈਗੇ ਵਾਰਿਸ ਦੀ ਕਿਤਾਬ ਉਹਦੇ ਵਿੱਚ ਮੈਨੂੰ ਉਹਦਾ ਸੁਭਾਅ ਮਤਲਬ ਜਿਹੜੀ ਸਾਨੂੰ ਸਮਝੌਤੀ ਦਿੱਤੀ ਹੋਈ ਆ ਉਹਦੀ ਗੱਲ ਹੋ ਰਹੀ ਹੈ ਇੱਥੇ ਨਾ ਜਿਹੜੀ ਇਹਨੂੰ ਵੀ ਦਿੱਤੀ ਹੈ ਇਹਦੀ ਮਾਂ ਨੇ ਵਾਇਸ ਦੀ ਕਿਤਾਬ ਜਿਹਨੂੰ ਆਪਾਂ ਕਹਿੰਦੇ ਉਪਦੇਸ਼ਕ ਉਹਦਾ ਆਪਾਂ ਲੈ ਲਈਏ ਮਤਲਬ ਜਵਾਨਾਂ ਲਈ ਸਲਾਹ ਹੈ ਇਸ ਚੈਪਟਰ ਦੇ ਨਾਲ ਇਹਦੇ ਵਿੱਚ ਅਸੀਂ ਇਹਨੂੰ ਇੱਥੋਂ ਦੇਖਦੇ ਹਾਂ ਮਤਲਬ ਤੀਸਰੀ ਆਇਤ ਤੋਂ ਦੇਖ ਲੈਂਦੇ ਹਾਂ ਜਦੋਂ ਬੱਦਲ ਮੀਂਹ ਨਾਲ ਭਰੇ ਹੋਏ ਹੁੰਦੇ ਆ ਤਾਂ ਧਰਤੀ ਤੋਂ ਵਰ ਕੇ ਖਾਲੀ ਹੋ ਜਾਂਦੇ ਆ ਤੇ ਜੇ ਕਦੀ ਜਿਹੜਾ ਦਰਖਤ ਆ ਉਹ ਉੱਤਰ ਵੱਲ ਨੂੰ ਡਿੱਗੇ ਤਾਂ ਜਿੱਥੇ ਡਿੱਗਦਾ ਉਹ ਉੱਥੇ ਹੀ ਪਿਆ ਰਹਿੰਦਾ ਆ ਤੇ ਜਿਹੜਾ ਹਵਾ ਨੂੰ ਭੜਕਦਾ ਰਹਿੰਦਾ ਹੈ ਉਹ ਬੀਜਦਾ ਨਹੀਂ ਤੇ ਜਿਹੜਾ ਬੱਦਲਾਂ ਨੂੰ ਵੇਖਦਾ ਵਾਢੀ ਨਹੀਂ ਕਰੂਗਾ ਤਾਂ ਆਤਮਾ ਦੇ ਰਾਹ ਨੂੰ ਗਰਭਵਤੀ ਔਰਤ ਦੇ ਢਿੱਡ ਦੀਆਂ ਅੰਦਰਲੀਆਂ ਹੱਡੀਆਂ ਦੇ ਵਿੱਚ ਕਿੱਦਾਂ ਆਤਮਾ ਜਾਂਦਾ ਉਹਨੂੰ ਤੋੜੀ ਜਾਂਦਾ ਜਿਹੜੀ ਅੱਗੋਂ ਬਹੁਤ ਇੰਟਰਸਟਿੰਗ ਇਸ ਤੋਂ ਪਰਮੇਸ਼ਰ ਦੇ ਕੰਮਾਂ ਨੂੰ ਨਹੀਂ ਜਾਣਦਾ ਕਿ ਉਹ ਕਿਸ ਤਰ੍ਹਾਂ ਸਾਰਾ ਕੁਝ ਬਣਾਉਂਦਾ ਛੇਵੀਂ ਆਇਤ ਜਿਹੜੀ ਸਪੈਸ਼ਲ ਹੈ ਤੂੰ ਆਪਣਾ ਬੀਜ ਸਾਰੀ ਮੈਂ ਸਪੈਸ਼ਲ ਸਵੇਰ ਨੂੰ ਵੀ ਬੀਜ ਤੇ ਸ਼ਾਮ ਨੂੰ ਵੀ ਬੀਜ ਹੱਥ ਢਿੱਲਾ ਨਾ ਹੋਣ ਦੇ ਕਿਉਂਕਿ ਤੂੰ ਨਹੀਂ ਜਾਣਦਾ ਕਿ ਇਹਨਾਂ ਵਿੱਚੋਂ ਕਿਹੜਾ ਜਿਹੜਾ ਹੈ ਉਹ ਸਮਰ ਜਾਏਗਾ ਜ਼ਿਆਦਾ ਫੁੱਟੇਗਾ ਤੇ ਹੋ ਸਕਦਾ ਦੋਨੇ ਇੱਕੋ ਜਿਹੇ ਚੰਗੇ ਫੁੱਟਣ ਦੋਨੇ ਇੱਕੋ ਜਿਹੇ ਚੰਗੇ ਹੋਣ ਹੈਨਾ ਆ ਜਿਹੜੀ ਹੁਣ ਇੱਥੇ ਆ ਜਿਹੜੀ ਚੀਜ਼ ਮੈਂ ਪੜ੍ਹ ਰਹੀ ਹਾਂ ਇਹਦੇ ਵਿੱਚ ਇਹ ਮੁੰਡਾ ਮਾਨਾ ਘਬਰਾਉਂਦਾ ਨਹੀਂ ਹੈਗਾ ਕੋਈ ਵੀ ਦੀ ਮਾੜੀ ਜਿਹੜੀ ਉਹਦੀ ਮੱਤ ਤੇ ਚਲਾ ਕੇ ਖਾਣੇ ਲੱਗੀ ਕੁੜੀਆਂ ਜੋ ਉਹਦੀ ਗੱਲ ਮੰਨਦਾ ਹੈ ਫਿਰ ਉਹ ਗੱਲ ਮੰਨ ਕੇ ਸਾਡੇ ਵਿੱਚ ਇਹਨੇ ਬੀਜ ਦਾ ਇੱਥੇ ਨਜ਼ਰ ਆਉਂਦਾ ਹੈ ਕਿ ਇਹ ਤੁਰ ਪਿਆ ਆ ਹਨਾ ਤੇ ਇਹ ਕਿੰਤੂ ਪਰੰਤੂ ਨਹੀਂ ਕਰਦਾ ਜੋ ਕੁਛ ਮਾਂ ਨੇ ਕਿਹਾ ਉਹ ਕਰ ਲਿਆ ਜੋ ਕੁਛ ਪਿਓ ਨੇ ਕਿਹਾ ਉਹ ਵੀ ਕਰ ਲਿਆ ਜਿੱਥੇ ਪਿਓ ਨਾਲ ਮਤਲਬ ਉਹਨਾਂ ਦੇ ਕਹਿਣੇਕਾਰ ਮੁੰਡਾ ਨਜ਼ਰ ਆਉਂਦਾ ਪਰ ਖੁਦਾ ਦੇ ਕਹਿਣੇਕਾਰ ਕਿੰਨਾ ਆ ਉਹ ਸਾਨੂੰ ਇਹਦੇ ਕੰਮ 'ਚ ਦਿਸ ਪਿਆ ਹਜੇ ਹੋਇਆ ਵੀ ਨਹੀਂ ਮਾਂ ਬਾਪ ਦਾ ਕਹਿਣਾ ਮੰਨਣ ਤੋਂ ਪਹਿਲਾਂ ਸਭ ਤੋਂ ਵੱਡਾ ਖੁਦਾ ਦਾ ਹਜੇ ਹੋਇਆ ਵੀ ਨਹੀਂ ਉਹ ਹਜੇ ਆਇਆ ਵੀ ਨਹੀਂ ਮੁੜ ਕੇ ਕਹਿੰਦਾ ਜੀ ਮੈਂ ਮੂੰਹ ਨੂੰ ਰੋਟੀ ਤਨ ਨੂੰ ਕੱਪੜਾ ਤੇ ਸੁੱਖ ਸ਼ਾਂਤੀ ਨਾਲ ਮੈਂ ਆਪਣੇ ਪਿਓ ਦੇ ਘਰ ਵਾਪਸ ਆਵਾਂ ਤਾਂ ਮੈਂ ਆ ਜਿਹੜੀ ਜਗ੍ਹਾ ਹੈ ਇੱਥੇ ਬਣਾਉਣੇ ਤੇਰਾ ਘਰ ਕਿਉਂਕਿ ਉਹਨੂੰ ਸੁਪਨੇ 'ਚ ਖੁਦਾ ਨੇ ਦੇਖਿਆ ਉਹਨੇ ਤੇ ਕਹਿੰਦਾ ਇਹ ਜਿਹੜਾ ਫਿਰ ਤੇਰਾ ਘਰ ਹੋਗਾ ਉੱਥੇ ਕਹਿੰਦਾ ਮੈਂ ਜੋ ਵੀ ਹੋਗਾ 10ਵਾਂ ਹਿੱਸਾ ਉੱਥੇ ਆਊਗਾ ਤੇ ਖੁਦਾ ਦਾ ਉਹ ਇੰਨਾ ਕਹਿਣੇ ਕਰਕੇ ਉਹਦੇ ਨਾਲ ਜੁੜ ਗਿਆ ਕੰਪਲੀਟਲੀ ਹੈ ਨਾ ਬੀਜ ਉਹਨੇ ਬੀਜ ਦਿੱਤਾ ਇਸ ਤੋਂ ਅੱਗੇ ਅਸੀਂ ਜਾਵਾਂਗੇ ਹੁਣ ਹਮੇਸ਼ਾ ਦੀ ਤਰ੍ਹਾਂ ਆਪਣੇ ਜਿਹੜੀ ਮੈਥਿਊ ਜਿਹਨੂੰ ਆਪਾਂ ਕਹਿੰਦੇ ਮੱਤੀ ਦੀ ਅੰਜੀਲ ਉਹਦੇ ਅੱਜ ਆਪਾਂ ਮੱਤੀ ਦਾ ਪੂਰਾ ਚੈਪਟਰ ਜਿਹੜਾ ਖੁਦਾ ਦੀ ਮਰਜ਼ੀ ਨਾਲ ਪੂਰਾ ਕਰ ਲੈਣਾ ਕਿਉਂਕਿ ਮੱਤੀ ਦੀ ਅੰਜੀਲ ਅੱਜ ਆਪਾਂ ਕੰਪਲੀਟ ਕਰ ਲੈਣੀ ਮਰਕਸ ਦੀ ਸ਼ੁਰੂ ਕਰਾਂਗੇ ਫਿਰ ਹਨਾ ਤੇ ਵੈਸੇ ਕਿਉਂਕਿ ਪੈਦਾਇਸ਼ ਕਾਫੀ ਵੱਡਾ ਉਹਦੇ ਵਿੱਚੋਂ ਕੰਟੀਨਿਊਸ ਚੱਲਣਾ ਇਹ ਜਿਹੜਾ ਮੈਥਿਊ ਦੀ ਜਿਹੜੀ ਹੈਗੀ ਆ ਚੈਪਟਰ ਇਹਦਾ 28ਵਾਂ ਮੱਤੀ ਦੀ ਅੰਜੀਲ ਦਾ ਪ੍ਰਭੂ ਦਾ ਜੀ ਉੱਠਣਾ ਹੁਣ ਤੱਕ ਮੈਂ ਤੁਹਾਨੂੰ ਇਹਦੇ ਵਿੱਚ ਦੱਸ ਚੁੱਕੀ ਹਾਂ ਪਿਛਲੇ ਤੱਕ ਜਿਹੜਾ ਪਿਛਲਾ ਚੈਪਟਰ ਸੀ ਉਹਦੇ ਵਿੱਚ ਖੁਦਾਵੰਦ ਯਿਸੂ ਮਸੀਹ ਦੀ ਜਿਹੜੀ ਆ ਉਹ ਸਲੀਬੀ ਮੌਤ ਜਿਹੜੀ ਆ ਉਹ ਹੋ ਚੁੱਕੀ ਆ ਉਹਦੇ ਵਿੱਚ ਅਸੀਂ ਦੇਖਿਆ ਹੈ ਕਿ ਉਹਨਾਂ ਨੇ ਬੜੀ ਜਿਹੜੀ ਤਸ਼ੱਦਦ ਭਰੀ ਮੌਤ ਦੇ ਨਾਲ ਉਹ ਜਿਹੜੀ ਉਹਨਾਂ ਦੀ ਜ਼ਿੰਦਗੀ ਦੇ ਤਕਲੀਫਾਂ ਜਿਹੜੇ ਕਰਕੇ ਉਹਨਾਂ ਨੇ ਸਾਡੇ ਲਈ ਆਪਣੇ ਆਪ ਨੂੰ ਉਹ ਜ਼ਿੰਦਗੀ ਜਿਹੜੀ ਕਿ ਉਹਨਾਂ ਦੀ ਹੈ ਵੀ ਨਹੀਂ ਸੀ ਉਹ ਜਿਉਣੀ ਉਹ ਗੁਨਾਹ ਜਿਹੜੇ ਉਹਨਾਂ ਦੇ ਹੈ ਵੀ ਨਹੀਂ ਸੀ ਉਹਨਾਂ ਨੇ ਆਪਣੇ ਪੱਲੇ ਚ ਪਵਾਏ ਤੇ ਉਹ ਜਿਹੜੀ ਉਹਨਾਂ ਦੀ ਮਤਲਬ ਜ਼ਿੰਦਗੀ ਦਾ ਕਿਉਂਕਿ ਅਸੀਂ ਬਚ ਸਕੀਏ ਉਹਦੇ ਬਾਰੇ ਵਿੱਚ ਅਸੀਂ ਦੇਖਿਆ ਅਸੀਂ ਜ਼ਿਆਦਾ ਨਹੀਂ ਪਰ ਥੋੜਾ ਜਿਹਾ ਅਸੀਂ ਉਹ ਗਲਾਤੀਆਂ ਦੇ ਤੀਸਰੇ ਚੈਪਟਰ 13ਵੀਂ ਆਇਤ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਉਹ ਮਸੀਹ ਨੇ ਮੁੱਲ ਲੈ ਕੇ ਸ਼ਰਾਂ ਦੇ ਸ਼ਰਾਬ ਤੋਂ ਸਾਨੂੰ ਛੁਡਾਇਆ ਤੇ ਉਹ ਸਾਡੇ ਸਾਰਿਆਂ ਲਈ ਸ਼ਰਾਬ ਬਣ ਗਿਆ ਕਿਉਂਕਿ ਲਿਖਿਆ ਹੋਇਆ ਹੈ ਕਿ ਜਿਹੜਾ ਦਰਖਤ ਉੱਤੇ ਟੰਗਿਆ ਜਾਵੇ ਉਹ ਸ਼ਰਾਬੀ ਠਹਿਰੇ ਇਸੇ ਤਰ੍ਹਾਂ ਅਸੀਂ ਇਹਨੂੰ ਦੇਖ ਲੈਂਦੇ ਹਾਂ ਜਿਹੜੀ ਜਿਹਨੂੰ ਕਹਿੰਦੇ ਕਜ਼ਾਤ ਜਿਹਨੂੰ ਡੈਟਰੋਨੋਮੀ ਕਹਿੰਦੇ ਉਹਦੀ ਕਿਤਾਬ ਵਿੱਚ ਦੇਖ ਲੈਂਦੇ ਹਾਂ ਕਿ
ਹਰੇਕ ਜਿਹੜਾ ਦਰਖਤ ਉੱਤੇ ਟੰਗਿਆ ਜਾਂਦਾ ਹੈ ਉਹ ਉਸ ਵੇਲੇ ਜਿਹੜਾ ਆਦਮੀ ਪਾਪ ਕਰੇ, ਜਿਹਦਾ ਕੰਮ ਪਾਪ ਦੇ ਯੋਗ ਹੋਵੇ, ਉਹ ਮਾਰਿਆ ਜਾਵੇ ਤੇ ਉਹ ਰੁੱਖ ਉੱਤੇ ਟੰਗਿਆ ਜਾਵੇ। ਪਰ ਤੁਸੀਂ ਉਸਦੀ ਲੋਥ ਨੂੰ ਸਾਰੀ ਰਾਤ ਦਰਖਤ ਉੱਤੇ ਨਹੀਂ ਟੰਗੀ ਰਹਿਣ ਦੇਣਾ, ਕਿਉਂਕਿ ਉਹ ਪਰਮੇਸ਼ਵਰ ਦਾ ਸ਼ਰਾਪੀ ਹੈ। ਤਾਂ ਤੁਸੀਂ ਉਸਨੂੰ ਉਤਾਰ ਲੈਣਾ ਐਂਡ ਜੋ ਤੁਹਾਡਾ ਪਰਮੇਸ਼ਵਰ ਤੁਹਾਨੂੰ ਜ਼ਮੀਨ ਜੋ ਮਿਲਕ ਵਿੱਚ ਦਿੰਦਾ ਹੈ ਤੁਸੀਂ ਉਹਨੂੰ ਭ੍ਰਿਸ਼ਟ ਨਾ ਕਰਿਓ। ਇਸ ਤੋਂ ਅੱਗੇ ਅਸੀਂ ਜੋਸ਼ੂਆ ਹੋਰ ਕਈ ਥਾਵਾਂ ਤੇ ਦੇਖਦੇ ਹਾਂ ਕਿ ਉਹ ਜਿਹੜੀ ਮੌਤ ਦਾ ਵੀ ਤੁਸੀਂ ਲਈ ਆਪਣੇ ਉੱਤੇ ਸਾਡਾ ਭਲਾ ਕਰਨ ਲਈ, ਉਹ ਇੱਕ ਸ਼ਰਾਪ ਦੀ, ਇੱਕ ਪਾਪ ਦੀ ਮੌਤ ਸੀਗੀ ਐਂਡ ਉਹ ਖੁਦਾਵੰਦ ਯਿਸੂ ਮਸੀਹ ਨੇ ਆਪਣੇ ਉੱਤੇ ਸਾਡੇ ਲਈ ਲੈ ਲਈ ਐਂਡ ਉਹ ਲੈ ਕੇ ਤਾਂ ਖੁਦਾਵੰਦ ਹਮੇਸ਼ਾ ਦੀ ਜ਼ਿੰਦਗੀ ਸਾਨੂੰ ਬਖਸ਼ ਦਿੱਤੀ। ਐਂਡ ਅਸੀਂ ਅੱਗੇ ਜਾ ਕੇ ਇਹਦੇ ਕਾਫੀ ਹੈਗੇ ਆ ਕਿ ਉਹੀ ਉਹਨਾਂ ਨੇ ਕਿਉਂ ਮੌਤ ਲਈ, ਕਿਉਂਕਿ ਸਾਨੂੰ ਨਵੀਂ ਜ਼ਿੰਦਗੀ ਦੇ ਸਕਣ ਲਈ। ਇੱਕ ਹੋਰ ਵੀ ਮੈਂ ਨਹੀਂ ਜਾਊਂਗੀ ਕਿਉਂਕਿ ਇੱਕ ਅਸੀਂ ਦੇਖਦੇ ਜੋਸ਼ੂਆ ਦੇ ਵਿੱਚ ਜਿੱਥੇ ਕਿ ਜਦੋਂ ਉਹਨਾਂ ਨੇ ਉਹਨੂੰ ਦਰਖਤ ਤੋਂ ਉਤਾਰਿਆ ਉਹਦੀ ਲਾਸ਼ ਨੂੰ, ਤੇ ਉਹਨੂੰ ਐਸੀ ਤਰ੍ਹਾਂ ਚੁੱਕ ਕੇ ਸੜਕ ਦੇ ਵਿੱਚ ਫਾਟਕ ਚ ਲਿਆ ਕੇ ਸੁੱਟਤਾ ਤੇ ਕਿਸੇ ਨੂੰ ਉਹਨੂੰ ਆਪਣਾ ਜਗ੍ਹਾ ਨਹੀਂ ਦਿੱਤੀ, ਤੇ ਉਹਦੇ ਉੱਤੇ ਉਦਾਂ ਹੀ ਪੱਥਰਾਂ ਦੇ ਢੇਰ ਪੱਥਰ ਲਾਤੇ ਤੇ ਅੱਜ ਤੱਕ ਉੱਥੇ ਉਸੇ ਤਰ੍ਹਾਂ ਮੌਜੂਦ। ਸੋ ਇਹ ਉਹ ਜਗ੍ਹਾ ਮਤਲਬ ਉਹਨੂੰ ਕੋਈ ਆਪਣੀ ਜਗ੍ਹਾ ਨਹੀਂ ਸੀ, ਉਸ ਮੌਤ ਨੂੰ ਕੋਈ ਆਪਣੇ ਥਾਂ ਤੇ ਉਹਨੂੰ ਦੱਬਣ ਲਈ ਜਗ੍ਹਾ ਨਹੀਂ ਦਿੰਦਾ ਸੀ। ਇਸ ਤਰ੍ਹਾਂ ਦੀ ਮੌਤ ਸੀ ਜਿਹੜੀ ਖੁਦਾਵੰਦ ਯਿਸੂ ਮਸੀਹ ਨੇ ਸਾਡੇ ਲਈ ਲਈ, ਜਿਹਨੂੰ ਕਿ ਮਲਾਉਨ ਦੀ ਮੌਤ ਵੀ ਕਿਹਾ ਨਾ, ਜਿਹੜੀ ਕਿ ਉਹਨਾਂ ਨੇ ਸਾਡੇ ਲਈ ਲਈ। ਪਰ ਹੁਣ ਉਹ ਮੌਤ ਖਤਮ ਹੋ ਗਈ ਤੇ ਸਦਾ ਦੀ ਜ਼ਿੰਦਗੀ ਸ਼ੁਰੂ ਹੋ ਗਈ। ਅਸੀਂ ਜਿਹੜਾ ਅੱਜ ਦੇਖਿਆ ਆ ਉਹ ਹੈਗਾ ਆ, ਕੱਲ ਮੈਂ ਤੁਹਾਡੇ ਨਾਲ ਮੇਰੀ ਨਜ਼ਮ ਦੇ 2 ਜਿਹੜੇ ਸਾਂਝੇ ਕੀਤੇ ਸੀਗੇ, ਉਹ ਜਿਹਦੇ ਵਿੱਚ ਮੈਂ ਕਿਹਾ ਸੀਗਾ ਕਿ ਯਿਸੂ ਤੇਰੀ ਮਾਸੂਮਤਾ ਖੁਦੋਂ ਜਾਣਦੀ ਗੁਨਾਹ, ਧੋਂਦੀ ਜਗਤ ਤੇ ਪਾਪ ਖੁਦ ਪਲੀਤ ਹੋ ਗਈ। ਜਿਹਦਾ ਮਤਲਬ ਮੈਂ ਗੱਲ ਕੀਤੀ ਸੀ ਉਹ ਇਸ ਮਲਾਉਨ ਦੀ ਗੱਲ ਕੀਤੀ ਸੀ, ਇਸ ਸ਼ਰਾਬ ਦੀ ਗੱਲ ਕੀਤੀ, ਜਿਹਨੂੰ ਮੈਂ ਤੁਹਾਨੂੰ ਦੱਸ ਕੇ ਉਸ ਤੋਂ ਅੱਗੋਂ ਮੈਂ ਸ਼ੁਰੂ ਕਰਦੀ ਤੁਹਾਡੇ ਨਾਲ, ਜਿਹੜਾ ਕਿ ਹੈਗਾ ਯਿਸੂ ਸਲੀਬ ਤੇ ਸਾਨੂੰ ਬਚਾਉਣ ਲਈ, ਯਿਸੂ ਤੀਏ ਦਿਨ ਜੀ ਉੱਠਾ ਲਿਖੀਆਂ ਨਿਭਾਉਣ ਲਈ, ਤਪਦੀ ਦੁਪਹਿਰ ਅਗਨ ਠੰਡੀ ਸੀਤ ਹੋ ਗਈ, ਹੋ ਗਿਆ ਮਨ ਚੈਨ ਚੰਗੀ ਤਕਦੀਰ ਹੋ ਗਈ। ਇਹ ਮੇਰੇ ਉਸੇ ਨਜ਼ਮ ਦੇ 2 ਪੈਰੇ ਹੈਗੇ ਸੀ ਜਿਹੜੇ ਮੈਂ 2 ਤੁਹਾਨੂੰ ਕੱਲ ਦੱਸੇ ਸੀ, ਅੱਜ 2 ਮੈਂ ਪੂਰੇ ਕੀਤੇ, ਕਿਉਂਕਿ ਪ੍ਰਭੂ ਦਾ ਜੀ ਉੱਠਣਾ ਚੈਪਟਰ 28 ਸਬਤ ਦਾ ਦਿਨ ਬੀਤ ਗਿਆ, ਹਫ਼ਤੇ ਦੇ ਦਿਨ ਉਹ ਉੱਠਣ ਦੇ ਵੇਲੇ ਮਰੀਅਮ ਮਗਦਲੀਨੀ ਤੇ ਦੂਈ ਮਰੀਅਮ ਕਬਰ ਨੂੰ ਵੇਖਣ ਆਈਆਂ। ਉਹ ਵੇਖੋ ਇੱਕ ਵੱਡਾ ਭੁਚਾਲ ਆਇਆ ਜਿਸ ਲਈ ਪ੍ਰਭੂ ਦਾ ਦੂਤ ਆਕਾਸ਼ੋਂ ਉਤਰਿਆ, ਨੇੜੇ ਆ ਕੇ ਉਸ ਪੱਥਰ ਨੂੰ ਮੋੜ ਕੇ ਲਾਂਬੇ ਕਰ ਦਿੱਤਾ ਤੇ ਉਸ ਉੱਤੇ ਬਹਿ ਗਿਆ। ਉਸ ਦਾ ਰੂਪ ਬਿਜਲੀ ਵਰਗਾ ਸੀ, ਉਹਦਾ ਬਸਤਰ ਬਰਫ਼ ਵਰਗਾ ਚਿੱਟਾ ਸੀ, ਉਹਦੇ ਭੈ ਦੇ ਮਾਰੇ ਸਾਰੇ ਰਾਖੇ ਕੰਮ ਉੱਠੇ ਤੇ ਮੁਰਦਿਆਂ ਵਾਂਗੂ ਹੋ ਗਏ। ਪਰ ਦੂਤ ਨੇ ਅੱਗੋਂ ਔਰਤਾਂ ਨੂੰ ਕਿਹਾ, ਤੁਸੀਂ ਕਾਹਤੋਂ ਡਰਦੀਆਂ ਆ? ਮੈਂ ਜਾਣਦਾ ਕਿ ਤੁਸੀਂ ਯਿਸੂ ਨੂੰ ਜਿਹੜੇ ਸਲੀਬ ਤੇ ਚੜਾਏ ਗਏ ਸੀ ਲੱਭਦੀਆਂ ਫਿਰਦੀਆਂ ਉਹ ਇੱਥੇ ਹੈ ਨਹੀਂ, ਕਿਉਂਕਿ ਜਿਵੇਂ ਉਹਨੇ ਕਿਹਾ ਸੀ ਉਹ ਤਾਂ ਜੀ ਉੱਠਿਆ। ਆਓ ਇਸ ਥਾਂ ਨੂੰ ਵੇਖੋ ਜਿੱਥੇ ਪ੍ਰਭੂ ਪਿਆ ਹੋਇਆ ਸੀ। ਉਹ ਛੇਤੀ ਜਾ ਕੇ ਚੇਲਿਆਂ ਨੂੰ ਕਹੋ ਵੀ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ। ਵੇਖੋ ਤੁਹਾਡੇ ਅੱਗੇ ਅੱਗੇ ਗਲੀਲ ਨੂੰ ਜਾਂਦਾ ਹੈ, ਤੁਸੀਂ ਉਹਨੂੰ ਉੱਥੇ ਵੇਖੋਗੀਆਂ। ਲੋ ਮੈਂ ਤੁਹਾਨੂੰ ਦੱਸ ਦਿੱਤਾ ਤੇ ਉਹ ਭੈ ਤੇ ਵੱਡੀ ਖੁਸ਼ੀ ਨਾਲ ਕਬਰ ਦੇ ਕੋਲੋਂ ਛੇਤੀ ਚੱਲ ਕੇ ਚੇਲਿਆਂ ਨੂੰ ਖਬਰ ਦੇਣ ਲਈ ਦੌੜੀਆਂ ਗਈਆਂ। ਤੇ ਵੇਖੋ ਯਿਸੂ ਉਹਨਾਂ ਨੂੰ ਮਿਲਿਆ ਔਰ ਬੋਲਿਆ, ਸੁਖੀ ਰਹੋ। ਉਹਨਾਂ ਦੇ ਕੋਲ ਆਣ ਕੇ ਉਹਨਾਂ ਨੇ ਉਹਦੇ ਚਰਨ, ਉਹਦੇ ਪੈਰ ਫੜੇ ਤੇ ਮੱਥਾ ਟੇਕਿਆ ਤੇ ਯਿਸੂ ਨੇ ਉਹਨਾਂ ਨੂੰ ਕਿਹਾ, ਡਰੋ ਨਾ, ਜਾਓ, ਮੇਰੇ ਭਾਈਆਂ ਨੂੰ ਕਹੋ ਵੀ ਗਲੀਲ ਨੂੰ ਜਾਣ ਤੇ ਉਹ ਉੱਥੇ ਮੈਨੂੰ ਵੇਖਣਗੇ। ਜਿਸ ਵੇਲੇ ਚਲੀਆਂ ਜਾਂਦੇ ਸਨ ਤਾਂ ਵੇਖੋ ਪਹਿਰੇ ਵਾਲਿਆਂ ਚੋਂ ਕਿੰਨਿਆਂ ਨੇ ਸ਼ਹਿਰ ਜਾ ਕੇ ਸਾਰੀ ਵਾਰਤਾ ਪ੍ਰਧਾਨ ਜਾਜਕਾਂ ਨੂੰ ਦੱਸੀ ਤੇ ਬਜ਼ੁਰਗਾਂ ਦੇ ਨਾਲ ਇਕੱਠੇ ਹੋਏ ਤੇ ਮੱਤਾ ਕਿਹੜਾ ਪਕਾਇਆ ਵੀ ਸਿਪਾਹੀਆਂ ਨੂੰ ਬਹੁਤ ਸਾਰੇ ਰੁਪਈਏ ਦੇ ਦਿਓ। ਤੇ ਉਹ ਬੋਲੇ, ਤੁਸੀਂ ਇਹ ਕਹਿਣਾ ਕਿ ਜਦੋਂ ਅਸੀਂ ਸੁੱਤੇ ਹੋਏ ਸੀ ਤਾਂ ਚੇਲੇ ਉਹਦੇ ਰਾਤ ਨੂੰ ਆ ਕੇ ਉਹਨੂੰ ਚੋਰੀ ਕਰਕੇ ਲੈ ਗਏ
ਤੇ ਇਹ ਗੱਲ ਹਾਕਮ ਦੇ ਕੰਨਾਂ ਤੱਕ ਜਦੋਂ ਪਹੁੰਚੀ ਤੇ ਅਸੀਂ ਆਪੇ ਉਹਨਾਂ ਨੂੰ ਮਨਾ ਕੇ ਤੁਹਾਨੂੰ ਨਿਸ਼ਚਿੰਤ ਕਰਵਾ ਦਿਆਂਗੇ। ਤੇ ਉਹਨਾਂ ਨੇ ਰੁਪਈਏ ਲੈ ਕੇ ਉਸੇ ਤਰ੍ਹਾਂ ਕੀਤਾ ਤੇ ਜਿਸ ਤਰ੍ਹਾਂ ਉਹ ਸਿਖਾਏ ਹੋਏ ਸੀ, ਤੇ ਅੱਜ ਤੱਕ ਇਹ ਗੱਲ ਯਹੂਦੀਆਂ ਵਿੱਚ ਉਜਾਗਰ ਹੈ। ਫਿਰ ਉਹ 11 ਚੇਲੇ ਗਲੀਲ ਵਿੱਚ ਉਸ ਪਹਾੜ ਉੱਤੇ ਗਏ ਜਿੱਥੇ ਯਿਸੂ ਉਹਨਾਂ ਨਾਲ ਠਹਿਰਾਇਆ ਹੋਇਆ ਸੀ, ਤੇ ਉਹਨਾਂ ਉਸ ਨੂੰ ਵੇਖ ਕੇ ਮੱਥਾ ਟੇਕਿਆ। ਪਰ ਕਈਆਂ ਨੇ ਭਰਮ ਕੀਤਾ ਤੇ ਯਿਸੂ ਨੇ ਕੋਲ ਆਣ ਕੇ ਉਹਨਾਂ ਨਾਲ ਚੰਗੀਆਂ ਗੱਲਾਂ ਕੀਤੀਆਂ ਤੇ ਆਖਿਆ, ਕਾਸ਼ ਤੇ ਤਰਸ ਦਾ ਅਖਤਿਆਰ ਮੈਨੂੰ ਦਿੱਤਾ ਗਿਆ, ਇਸ ਲਈ ਤੁਸੀਂ ਜਾ ਕੇ ਸਾਰੀ ਕੌਮਾਂ ਨੂੰ ਚੇਲੇ ਬਣਾਓ ਤੇ ਤੁਸੀਂ ਖੁਸ਼ਖਬਰੀ ਸੁਣਾਓ ਤੇ ਪਿਤਾ ਨੂੰ ਤੇ ਉਹਨਾਂ ਨੂੰ ਪਿਤਾ ਦਾ ਅਤੇ ਪੁੱਤਰ ਦਾ ਪਵਿੱਤਰ ਆਤਮਾ ਦਾ ਦੇ ਨਾਮ ਵਿੱਚ ਬਪਤਿਸਮਾ ਦਿਓ ਤੇ ਉਹਨਾਂ ਨੂੰ ਸਿਖਾਓ ਵੀ ਉਹ ਸਾਰੀਆਂ ਗੱਲਾਂ ਦੀ ਪਾਲਣਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ, ਤੇ ਵੇਖੋ ਮੈਂ ਯੁੱਗ ਦੇ ਅੰਤ ਤੱਕ ਹਮੇਸ਼ਾ ਤੁਹਾਡੇ ਨਾਲ ਹਾਂ। ਕਿਆ ਬਾਤ ਹੈ। ਪਤਾ ਨਹੀਂ ਯਿਸੂ ਮਸੀਹ ਨੇ ਜੋ ਕੀਤਾ ਉਹ ਕੋਈ ਨਹੀਂ ਕਰ ਸਕਦਾ ਸੀ, ਇਹਦੇ ਵਿੱਚ ਕੋਈ ਸ਼ੱਕ ਹੈ ਹੀ ਨਹੀਂ। ਪਰ ਉਹ ਜਿਹੜੀ ਸਦਾ ਦੀ ਜ਼ਿੰਦਗੀ ਆ ਉਹਦੇ ਵਾਸਤੇ ਅਸੀਂ ਕੱਲ ਵੀ ਗੱਲ ਕੀਤੀ ਸੀ ਕਿ ਕੀ ਕਰਨ ਦੀ ਲੋੜ ਆ। ਉਹਦੇ ਲਈ ਹਰ ਵੇਲੇ ਕਿ ਅਸੀਂ ਰਿਲੈਕਸ ਹੋ ਸਕਦੇ, ਸਾਨੂੰ ਰਿਲੈਕਸ ਹੋਣ ਨੂੰ ਕਿਹਾ ਇੱਥੇ ਖੁਦਾ ਯਿਸੂ ਨੇ ਨਹੀਂ। ਜੇ ਸਾਨੂੰ ਉਹਨਾਂ ਨੇ ਰਿਲੈਕਸ ਹੋਣ ਲਈ ਕਿਹਾ ਤਾਂ ਹੁੰਦਾ, ਤੇ ਫਿਰ ਜਿਹੜਾ ਉਹਨਾਂ ਨੇ ਇੰਨਾ ਬੜਾ ਕੰਮ ਕੀਤਾ ਹੈ ਨਾ, ਐਡਾ ਵੱਡਾ, ਉਹਦਾ ਕੋਈ ਮੁੱਲ ਜਿਹੜਾ ਨਾ ਉਸ ਵਕਤ ਨੂੰ ਨਹੀਂ ਸੀ ਮਤਲਬ ਰਹਿ ਜਾਣਾ। ਕਿਉਂਕਿ ਸ਼ੈਤਾਨ ਐਕਚੁਅਲੀ ਇਹ ਚਾਹੁੰਦਾ ਆ ਹਰ ਵੇਲੇ ਕਿ ਅਸੀਂ ਕੀ ਰਹੀਏ, ਅਸੀਂ ਰਿਲੈਕਸ ਰਹੀਏ, ਤਾਂ ਕਿ ਅਸੀਂ ਰਿਲੈਕਸ ਹੋ ਕੇ ਉਹ ਜ਼ਿੰਦਗੀ ਜਿਹੜੀ ਆ ਸਾਨੂੰ ਸਦਾ ਦੀ ਮਿਲੀ ਹੋਈ ਹੈ, ਅਸੀਂ ਉਹ ਜ਼ਿੰਦਗੀ ਨਾ ਜਿਉ ਪਾਈਏ। ਜਿਹੜੇ ਦੋ ਲੋਕੀ ਰਿਲੈਕਸ ਹੋ ਗਏ ਜਿਹਨਾਂ ਤੇ ਬਖਸ਼ਿਸ਼ ਬਹੁਤ ਜ਼ਿਆਦਾ ਹੈਗੀ ਸੀ, ਪਰ ਉਹਨਾਂ ਨੇ ਆਪਣੀ ਬਖਸ਼ਿਸ਼ ਜਿਹੜੀ ਕਿੱਦਾਂ ਗਵਾ ਲਈ, ਉਹਦੇ ਨਾਲ ਉਹਨਾਂ ਦੀ ਜਿਹੜੀ ਹੈ ਨਾ ਉਹ ਸਾਂਝਾ ਕਰਨ ਲੱਗੀਆਂ। ਤੁਸੀਂ ਵੀ ਮੇਰੇ ਨਾਲ ਦੇਖੋ। ਇੱਕ ਤਾਂ ਹੈਗਾ ਸਭ ਤੋਂ ਪਹਿਲੇ ਸੈਮੂਅਲ ਦੀ ਅਸੀਂ 15ਵੀਂ ਆਇਤ ਦੇਖਣੀ ਆ ਤਾਂ ਕਿ ਅਸੀਂ ਉਹਦੇ ਵਿੱਚੋਂ ਕੁਝ ਚੀਜ਼ਾਂ ਦੇਖਣੀਆਂ। ਪਹਿਲੇ ਸੈਮੂਅਲ ਦੀ 15ਵੀਂ ਆਇਤ, ਇੱਥੇ ਇਹ ਹੈਗੀ ਗੱਲ ਹੋ ਰਹੀ, ਸੈਮੂਅਲ ਨੂੰ ਹੁਕਮ ਦੇ ਦਿੱਤਾ ਗਿਆ ਕਿ ਤੂੰ ਸ਼ਾਉਲ ਨੂੰ ਕੀ ਕਰਦੇ, ਮੱਸਾ ਤੇ ਉਹ ਬਾਦਸ਼ਾਹ ਜਿਹੜੇ ਲੋਕੀ ਮੰਗਦੇ ਆ ਉਹਨਾਂ ਦਾ ਉਹ ਬਣ ਕੇ ਤੇ ਉਹਨਾਂ ਨੂੰ ਜਿਹੜੀ ਚੀਜ਼ ਹੋਣੀ ਚਾਹੀਦੀ ਉਹ ਦੇ ਦਿਓ। ਹਾਲਾਂਕਿ ਸੈਮੂਅਲ ਜਿਹੜਾ ਇਹਦੇ ਹੱਕ 'ਚ ਨਹੀਂ ਹੈਗਾ ਕਿਉਂਕਿ ਉਹ ਲੋਕਾਂ ਨੂੰ ਜਾਣਦਾ, ਪਰ ਇੱਥੇ ਹੁਣ ਉਹਦੇ ਪਹਿਲੇ ਸੈਮੂਅਲ ਦੇ 15ਵੇਂ ਚੈਪਟਰ 13ਵੀਂ ਆਇਤ ਵੱਲ ਆ ਗਿਆ। ਤੇ ਫਿਰ ਸੈਮੂਅਲ ਸ਼ਾਉਲ ਕੋਲੇ ਗਿਆ। ਇਹਦੇ ਵਿੱਚ ਸ਼ਾਉਲ ਐਕਚੁਅਲੀ ਬਾਦਸ਼ਾਹ ਵੀ ਬਣ ਚੁੱਕਿਆ ਹੈ ਅੱਜ ਤੱਕ, ਤੇ ਰੱਦਿਆ ਵੀ ਜਾ ਚੁੱਕਿਆ ਬਾਦਸ਼ਾਹੀ ਤੋਂ। ਤੁਸੀਂ ਇਹ ਦੇਖਣਾ ਕਾਹਤੋਂ ਰੱਦਿਆ ਗਿਆ। ਤੇ ਫਿਰ ਸੈਮੂਅਲ ਨੇ ਸ਼ਾਉਲ ਨੂੰ ਕੀ ਕਿਹਾ, ਉਹ ਸ਼ਹਿਰ ਵਿੱਚ ਸੈਮੂਅਲ ਸ਼ਾਉਲ ਕੋਲ ਗਿਆ ਤੇ ਸ਼ਾਉਲ ਨੂੰ ਉਹਨੇ ਕਿਹਾ ਕਿ ਦੇਖ, ਯਹੋਵਾ ਦੇ ਮੁਬਾਰਕ, ਮੈਂ ਯਹੋਵਾ ਦੀ ਆਗਿਆ ਮੁਤਾਬਿਕ ਕੰਮ ਕੀਤਾ ਤੇ ਮੈਂ ਤੈਨੂੰ ਮੱਸਾ ਕੀਤਾ। ਸੈਮੂਅਲ ਨੇ ਕਿਹਾ, ਮੈਂ ਭੇਡਾਂ ਦੀ ਮੈਂ ਤੇ ਬਲਦਾਂ ਦਾ ਉਡਾਉਣਾ ਇੱਥੇ ਕਿਉਂ ਸੁਣਦਾ। ਤੇ ਸ਼ਾਉਲ ਨੂੰ ਕਿਹਾ ਕਿ ਇਹਨਾਂ ਨੂੰ ਮੈਂ ਅਮਾਲੇਕੀਆਂ ਵੱਲੋਂ ਲਿਆਇਆ ਹਾਂ ਤੇ ਲੋਕਾਂ ਲਈ ਚੰਗੀਆਂ ਚੰਗੀਆਂ ਭੇਡਾਂ ਤੇ ਬਲਦਾਂ ਨੂੰ ਜਿਉਂਦਿਆਂ ਰੱਖਿਆ ਤੇ ਉਹਨਾਂ ਨੂੰ ਯਹੋਵਾ ਤੇਰੇ ਪਰਮੇਸ਼ਰ ਦੇ ਅੱਗੇ ਬਲੀ ਚੜਾਉਣਾ ਤੇ ਰਹਿੰਦੇ ਹੁੰਦੇ ਨੂੰ ਅਸੀਂ ਬਾਕੀ ਦੇ ਨੂੰ ਮੂਲੇ ਨਾਸ ਕਰ ਸੁੱਟਿਆ। ਤਦ ਸੈਮੂਅਲ ਨੇ ਸ਼ਾਉਲ ਨੂੰ ਕਿਹਾ, ਠਹਿਰ ਜਾ, ਅੱਜ ਰਾਤੀ ਜਿਹੜਾ ਯਹੋਵਾ ਨੇ ਮੈਨੂੰ ਕਿਹਾ ਮੈਂ ਤੈਨੂੰ ਦੱਸਣਾ। ਤੇ ਉਹਨੂੰ ਬੋਲਿਆ, ਕੀ ਦੱਸੋ ਜੀ। ਸੈਮੂਅਲ ਨੇ ਕਿਹਾ ਕਿ ਜਿਹੜੇ ਵੇਲੇ ਤੂੰ ਆਪਣੀ ਨਜ਼ਰ ਵਿੱਚ ਕੁਛ ਵੀ ਨਹੀਂ ਸੀ ਤੇ ਉਹ ਵੇਲਾ ਤੇਰੇ ਲਈ ਭਲਾ ਸੀ। ਇਸਰਾਏਲ ਦੇ ਗੋਤਾਂ ਦਾ ਜਦੋਂ ਤੂੰ ਪ੍ਰਧਾਨ ਨਹੀਂ ਠਹਿਰਾਇਆ ਗਿਆ ਸੀ ਤਾਂ ਉਹ ਵੇਲਾ ਤੇਰੇ ਲਈ ਭਲਾ ਸੀ। ਯਹੋਵਾ ਨੇ ਇਸਰਾਏਲ ਦਾ ਪਾਤਸ਼ਾਹ ਬਣਨ ਲਈ ਤੈਨੂੰ ਜਦੋਂ ਮੱਸਾ ਕੀਤਾ, ਯਹੋਵਾ ਨੇ ਤੈਨੂੰ ਰਾਹ ਦੇ ਵਿੱਚ ਘੱਲਿਆ ਤੇ ਕਿਹਾ ਕਿ ਜਾ ਤੇ ਉਹਨਾਂ ਪਾਪੀ ਅਮਾਲੇਕੀਆਂ ਦਾ ਨਾਸ਼ ਕਰ, ਜਦੋਂ ਤੱਕ ਉਹ ਕੰਪਲੀਟਲੀ ਪੂਰੀ ਤਰ੍ਹਾਂ ਨਾਸ਼ ਨਾ ਹੋ ਜਾਣ ਉਹਨਾਂ ਨਾਲ ਲੜਾਈ ਕਰ। ਫਿਰ ਤੂੰ ਯਹੋਵਾ ਦੀ ਗੱਲ ਨਾ ਮੰਨ ਕੇ ਲੁੱਟ ਉੱਤੇ ਕਿਉਂ ਅੜ ਗਿਆ ਤੇ ਤੂੰ ਯਹੋਵਾ ਦੇ ਸਨਮੁਖ ਕਾਹਦੇ ਲਈ ਬਦੀ ਕੀਤੀ। ਸ਼ਾਉਲ ਨੇ ਸੈਮੂਅਲ ਨੂੰ ਕੀ ਕਿਹਾ ਤੇ ਦੇਖੋ, ਕਹਿੰਦਾ ਮੈਂ ਯਹੋਵਾ ਦੀ ਆਗਿਆ ਤਾਂ ਮੰਨੀ ਸੀ, ਪਰ ਜਿਹਦੇ ਵਿੱਚ ਯਹੋਵਾ ਨੇ ਮੈਨੂੰ ਘੱਲਿਆ ਸੀ ਮੈਂ ਉਸ ਰਾਹ ਤੁਰਿਆ ਵੀ ਹਾਂ। ਕਹਿੰਦਾ ਮੈਂ ਅਮਾਲੇਕ ਦੇ ਪਾਤਸ਼ਾਹ ਅਗਾਗ ਨੂੰ ਵੀ ਲਿਆਂਦਾ ਆ ਤੇ ਅਮਾਲੇਕਿਆਂ ਦਾ ਮੈਂ ਨਾਸ਼ ਵੀ ਕੀਤਾ ਆ। ਪਰ ਕਹਿੰਦਾ ਜਿਹੜਾ ਲੁੱਟ ਘਸੁੱਟ ਦੇ ਮਾਲ ਵਿੱਚੋਂ ਕਹਿੰਦਾ ਭੇਡਾਂ ਤੇ ਬਲਦ ਤੇ ਕੁਝ ਚੰਗੀਆਂ ਚੰਗੀਆਂ ਚੀਜ਼ਾਂ ਜਿਨ੍ਹਾਂ ਨੂੰ ਕਹਿੰਦਾ ਮੈਨੂੰ ਨਾਸ਼ ਕਰਨਾ ਚਾਹੀਦਾ ਸੀ, ਕਹਿੰਦਾ ਮੈਂ ਗਿਲਗਾਲ ਦੇ ਵਿੱਚ ਯਹੋਵਾ ਤੇਰੇ ਪਰਮੇਸ਼ਰ ਦੇ ਅੱਗੇ ਨਾਸ਼ ਨਾ ਕਰਨ ਦੀ ਮੈਂ ਭੇਡ ਚੜਾਉਣ ਲਈ ਲਿਆ ਆ। ਦੇਖੋ, ਜਦੋਂ ਹੁਕਮ ਅਸੀਂ ਪੂਰਾ ਨਹੀਂ ਨਾ ਮੰਨਦੇ ਜਿਹੜਾ ਸਾਨੂੰ ਦਿੱਤਾ ਗਿਆ, ਅਸੀਂ ਆਪਣੀ ਮਰਜ਼ੀ ਮੰਨ ਕੇ ਅਸੀਂ ਸ਼ੈਤਾਨ ਦੀ ਗੱਲ ਸੁਣਦੇ, ਜਿਵੇਂ ਤੁਹਾਨੂੰ ਗੱਲ ਕਿਹਾ ਸੀ ਨਾ ਕਿ ਸ਼ੈਤਾਨ ਪਹਿਲਾਂ ਤੁਹਾਡੇ ਸਿਰ ਦੇ ਵਿੱਚ ਆ ਕੇ ਭੌਂਕਦਾ। ਅੱਜ ਤੇ ਦੇਖੋ ਉਹ ਸਾਨੂੰ ਨਜ਼ਰ ਆਇਆ ਕਿ ਉਹ ਬਾਦਸ਼ਾਹ ਸੀ
ਬਾਦਸ਼ਾਹ ਦੇ ਦਿਮਾਗ 'ਚ ਕੀ ਕਰ ਰਿਹਾ ਜਾ ਕੇ ਨਾ। ਕਹਿੰਦਾ ਮੈਂ ਇਸ ਕੁਛ ਜਿਹੜੀਆਂ ਗਿਲਗਾਲ ਦੇ ਵਿੱਚ ਯਹੋਵਾ ਤੇਰੇ ਪਰਮੇਸ਼ਰ ਦੇ ਅੱਗੇ ਭੇਟ ਚੜਾਉਣ ਲਈ ਕਹਿੰਦਾ ਮੈਂ ਲੈ। ਤੇ ਸੈਮੂਅਲ ਬੋਲਿਆ ਯਹੋਵਾ ਹੋਮ ਦੀਆਂ ਭੇਟਾਂ ਤੇ ਬਲੀਆਂ ਨਾਲ ਭਲਾ ਪ੍ਰਸੰਨ ਹੁੰਦਾ ਹੈ, ਇਸ ਗੱਲ ਉੱਤੇ ਉਹਦੀ ਆਵਾਜ਼ ਸੁਣੀ ਜਾਵੇ ਪ੍ਰਸੰਨ ਹੁੰਦਾ ਹੈ। ਵੇਖ ਭੇਟਾਂ ਮੰਨਣਾ ਚੜਾਉਣ ਨਾਲੋਂ ਸਰੋਤਾ ਬਣਨਾ ਛਤਰਿਆਂ ਦੀ ਚਰਬੀ ਨਾਲੋਂ ਚੰਗਾ ਹੈ। ਬਗਾਵਤ ਤੇ ਜਾਦੂਗਰੀ ਦਾ ਪਾਪ ਇੱਕੋ ਜਿਹਾ ਆ। ਬਗਾਵਤ ਤੇ ਜਾਦੂਗਰੀ, ਯਹੋਵਾ ਦੇ ਵਿਰੁੱਧ ਬਗਾਵਤ ਤੇ ਜਾਦੂਗਰੀ ਦਾ ਪਾਪ ਇੱਕੋ ਜਿਹਾ। ਖਚਰਾਉ ਤੇ ਬਦੀ ਤੇ ਮੂਰਤੀ ਪੂਜਾ ਇੱਕੋ ਜਿਹੀ ਆ। ਖਚਰੇ ਹੋਣਾ, ਮੂਰਤੀ ਪੂਜਾ ਕਰਨਾ ਤੇ ਬਦੀ ਇੱਕੋ ਜਿਹੀ। ਸੋ ਤੈਂ ਜਿਹਾ ਯਹੋਵਾ ਦੇ ਵਚਨ ਨੂੰ ਰੱਦਿਆ, ਤੇ ਹੀ ਉਹਨੇ ਹੁਣ ਤੈਨੂੰ ਪਾਤਸ਼ਾਹ ਰਹਿਣ ਤੋਂ ਰੱਦ ਦਿੱਤਾ। ਤੇ ਇੱਥੇ ਸ਼ਾਉਲ ਸੈਮੂਅਲ ਨੂੰ ਕਹਿੰਦਾ ਮੈਂ ਪਾਪ ਕੀਤਾ, ਮੈਂ ਮੰਨਦਾ ਮੈਂ ਪਾਪ ਕੀਤਾ। ਕਹਿੰਦਾ ਸ਼ਾਉਲ ਨੇ ਸੈਮੂਅਲ ਨੂੰ ਕਿਹਾ ਮੈਂ ਪਾਪ ਕੀਤਾ ਕਿਉਂਕਿ ਯਹੋਵਾ ਦੀ ਆਗਿਆ ਨੂੰ ਤੇ ਤੇਰੀਆਂ ਗੱਲਾਂ ਨੂੰ ਮੈਂ ਨਹੀਂ ਮੰਨਿਆ, ਮੋੜ ਦਿੱਤਾ। ਤੇ ਕਹਿੰਦਾ ਮੈਂ ਲੋਕਾਂ ਲਈ ਲੋਕਾਂ ਦੀ ਗੱਲ ਸੁਣਨ ਲਈ ਡਰ ਕੇ, ਪਰ ਕਹਿੰਦਾ ਹੁਣ ਤੂੰ ਮੇਰੇ ਤੇ ਦਇਆ ਕਰਕੇ ਮੇਰਾ ਪਾਪ ਖਿਮਾ ਕਰ ਦੇ ਤੇ ਕਹਿੰਦਾ ਮੇਰੇ ਨਾਲ ਮੁੜ ਚੱਲ ਤੇ ਮੈਂ ਤੇਰੇ ਨਾਲ ਫਿਰ ਯਹੋਵਾ ਦੇ ਅੱਗੇ ਮੱਥਾ ਟੇਕਾਂ। ਤੇ ਪਤਾ ਇੱਥੇ ਸੈਮੂਅਲ ਸ਼ਾਉਲ ਨੂੰ ਕੀ ਕਹਿੰਦਾ? ਕਹਿੰਦਾ ਮੈਂ ਤੇਰੇ ਨਾਲ ਨਹੀਂ ਜਾਂਦਾ ਕਿਉਂਕਿ ਕਹਿੰਦਾ ਤੂੰ ਮੇਰੇ ਯਹੋਵਾ ਦੇ ਵਚਨ ਨੂੰ ਰੱਦਿਆ ਆ ਤੇ ਯਹੋਵਾ ਨੇ ਇਸਰਾਇਲ ਦੇ ਉੱਤੇ ਪਾਤਸ਼ਾਹ ਰਹਿਣ ਤੋਂ ਤੈਨੂੰ ਰੱਦ ਦਿੱਤਾ। ਜਦੋਂ ਸੈਮੂਅਲ ਵਿਦਿਆ ਹੁਣ ਉੱਥੋਂ ਜਾਣ ਨੂੰ ਮੁੜਿਆ ਤੇ ਸੈਮੂਅਲ ਬੋਲਿਆ ਭਲਾ ਹੋਮ ਦੀਆਂ ਭੇਟਾਂ ਤੇ ਬਲੀਆਂ ਨਾਲ ਜੋ ਪ੍ਰਸੰਨ ਹੁੰਦਾ ਹੈ ਜਾਂ ਇਸ ਗੱਲ ਉਤੇ ਕਿ ਉਹਦੀ ਆਵਾਜ਼ ਸੁਣੀ ਜਾਵੇ। ਭੇਟਾਂ ਮੰਨਣ ਨਾਲੋਂ ਸਰੋਤਾ ਬਣਨਾ ਛਤਰਿਆਂ ਦੀ ਚਰਬੀ ਚੜਾਉਣ ਨਾਲੋਂ ਚੰਗਾ ਹੈ। ਤੇ ਬਗਾਵਤ ਤੇ ਜਾਦੂਗਰ ਦਾ ਪਾਪ ਇੱਕੋ ਜਿਹਾ ਹੈ। ਖਚਰਾਊ ਬਦੀ ਤੇ ਮੂਰਤੀ ਪੂਜਾ ਕਰਨ ਇੱਕੋ ਜਿਹੇ ਆ। ਤੇ ਜਿਹੜਾ ਤੂੰ ਯਹੋਵਾ ਦੇ ਵਚਨ ਨੂੰ ਰੱਦਿਆ ਤੇ ਉਹਨੇ ਤੈਨੂੰ ਪਾਤਸ਼ਾਹ ਬਣਨ ਤੋਂ ਰੱਦ ਦਿੱਤਾ। ਤੇ ਸ਼ਾਉਲ ਸੈਮੂਅਲ ਨੂੰ ਕਹਿੰਦਾ ਮੈਂ ਪਾਪ ਕੀਤਾ ਕਿਉਂਕਿ ਮੈਂ ਯਹੋਵਾ ਦੀ ਆਗਿਆ ਨੂੰ ਤੇਰੀਆਂ ਗੱਲਾਂ ਨੂੰ ਮੋੜਿਆ, ਮੈਂ ਲੋਕਾਂ ਤੋਂ ਡਰ ਗਿਆ ਤੇ ਉਹਨਾਂ ਦੀ ਮੈਂ ਗੱਲ ਸੁਣ ਲਈ, ਪਰ ਤੂੰ ਦਇਆ ਕਰਕੇ ਮੈਨੂੰ ਖਿਮਾ ਕਰ ਦੇ। ਤੇ ਕਹਿੰਦਾ ਕਿ ਤੂੰ ਮੇਰੇ ਨਾਲ ਮੁੜ ਕੇ ਚੱਲ ਤੇ ਮੈਂ ਯਹੋਵਾ ਦੇ ਅੱਗੇ ਫਿਰ ਮੱਥਾ ਟੇਕਾਂ। ਤੇ ਸ਼ਾਉਲ ਨੂੰ ਸੈਮੂਅਲ ਨੇ ਮਨਾ ਕਰ ਦਿੱਤਾ, ਕਿਹਾ ਕਿ ਮੈਂ ਤੇਰੇ ਨਾਲ ਨਹੀਂ ਜਾਣਾ ਕਿਉਂਕਿ ਤੂੰ ਯਹੋਵਾ ਦੇ ਬਚਨ ਨੂੰ ਰੱਦਿਆ ਤੇ ਉਹਨੇ ਤੈਨੂੰ ਬਾਦਸ਼ਾਹ ਬਣਨ ਤੋਂ ਤੇ ਬਣੇ ਰਹਿਣ ਤੋਂ ਰੱਦ ਦਿੱਤਾ। ਤੇ ਸੈਮੂਅਲ ਜਦੋਂ ਵਿਦਿਆ ਹੋਣ ਲੱਗਿਆ ਤੇ ਉਹਨੇ ਉਹਦੀ ਚਾਦਰ ਦਾ ਪੱਲਾ ਫੜ ਲਿਆ ਤੇ ਕੁਛ ਉਹਦੇ ਹੱਥ ਵਿੱਚ ਪਾਟ ਗਿਆ। ਤੇ ਸੈਮੂਅਲ ਨੇ ਉਹਨੂੰ ਕਿਹਾ ਕਿ ਦੇਖ ਯਹੋਵਾ ਨੇ ਤੇਰਾ ਰਾਜ ਜਿਹੜਾ ਤੈਨੂੰ ਇਸਰਾਏਲ ਨੇ ਦਿੱਤਾ ਸੀ ਤੇਰੇ ਹੱਥੋਂ ਪਾੜ ਦਿੱਤਾ ਹੈ, ਖੋਲਿਆ। ਤੇ ਹੁਣ ਸੈਮੂਅਲ ਨੇ ਉਹਨੂੰ ਕਿਹਾ ਕਿ ਤੇਰੇ ਗੁਆਂਢੀ ਨੂੰ ਜਿਹੜਾ ਤੇਰੇ ਤੋਂ ਚੰਗਾ ਸੀ ਉਹ ਦੇ ਦਿੱਤਾ ਹੈ। ਤੇ ਇਸਰਾਇਲ ਦਾ ਸ਼ਕਤੀਮਾਨ ਝੂਠ ਨਹੀਂ ਬੋਲਦਾ ਤੇ ਨਾ ਹੀ ਉਹ ਪਛਤਾਉਂਦਾ ਹੈ ਕਿਉਂਕਿ ਉਹ ਆਦਮੀ ਨਹੀਂ ਕਿ ਪਛਤਾਵੇ। ਐਂਡ ਉਹਨੇ ਕਿਹਾ ਕਿ ਹਾਂ ਮੈਂ ਪਾਪ ਕੀਤਾ, ਮੈਂ ਲੋਕਾਂ ਤੇ ਬਜ਼ੁਰਗਾਂ ਦੇ ਅੱਗੇ ਤੂੰ ਫਿਰ ਵੀ ਮੇਰਾ ਆਦਰ ਕਰ ਤੇ ਮੇਰੇ ਨਾਲ ਮੁੜ ਚੱਲ। ਲੋਕਾਂ ਦੇ ਅੱਗੇ ਮੇਰਾ ਆਦਰ ਕਰ ਤੇ ਇਸਰਾਇਲ ਦੇ ਲੋਕਾਂ ਦੇ ਬਜ਼ੁਰਗਾਂ ਦੇ ਅੱਗੇ ਮੇਰਾ ਆਦਰ ਕਰ ਤੇ ਮੈਂ ਯਹੋਵਾ ਤੇਰੇ ਪਰਮੇਸ਼ਰ ਦੇ ਅੱਗੇ ਮੱਥਾ ਟੇਕੂੰਗਾ। ਪਰ ਸੈਮੂਅਲ ਸ਼ਾਉਲ ਦੇ ਮਗਰ ਮੁੜਿਆ ਤੇ ਸ਼ਾਉਲ ਨੇ ਯਹੋਵਾ ਦੇ ਅੱਗੇ ਮੱਥਾ ਟੇਕਿਆ। ਤੁਸੀਂ ਇੱਥੇ ਦੇਖਿਆ ਕਿ ਸੈਮੂਅਲ ਨੇ ਮੱਥਾ ਵੀ ਟੇਕਿਆ ਪਰ ਉਹਦਾ ਰਾਜ ਜਿਹੜਾ ਉਹਨੂੰ ਦਿੱਤਾ ਗਿਆ ਸੀ ਉਹ ਤੋਂ ਖੋਲਿਆ ਗਿਆ, ਵਾਪਸ ਲੈ ਲਿਆ ਗਿਆ ਕਿਉਂਕਿ ਉਹਨੇ ਥੋੜੀਆਂ ਜਿਹੀਆਂ ਪੇਟ ਦੀ ਪੂਰਤੀ ਲਈ ਚੋਰੀ ਕਰ ਲਿਆ ਜਿਹੜੀਆਂ ਕਿ ਉਹਨੂੰ ਨਾਸ਼ ਕਰਨ ਨੂੰ ਕਿਹਾ ਗਿਆ ਸੀ, ਜਿਨ੍ਹਾਂ ਨੂੰ ਕਿ ਉਹਨੂੰ ਲੈਣ ਨੂੰ ਨਹੀਂ ਕਿਹਾ ਸੀ। ਇਸੇ ਤਰ੍ਹਾਂ ਅਸੀਂ ਥੋੜਾ ਜਿਹਾ ਅੱਗੇ ਜਾ ਕੇ ਮਤਲਬ ਸੈਮੂਅਲ ਦੂਜੇ ਦੇ ਅਸੀਂ ਦੇਖ ਲੈਣਾ ਹੈ। ਸੈਮੂਅਲ ਦੂਜੇ ਦੀ 13ਵੀਂ ਆਇਤ ਜਿਹੜੀ ਆ ਅਸੀਂ ਉਹਦੇ ਵਿੱਚ ਦੇਖਣਾ ਕਿ ਖੁਦਾ ਨੇ ਇਹਦੇ ਵਿੱਚ ਕੀ ਗੱਲ ਕੀਤੀ ਗਈ ਹੈ। ਉਹਦੀ ਇੱਥੇ ਗੱਲ ਚੱਲਦੀ ਪਈ ਆ ਉਹਦੀ ਦੂਸਰੀ ਦਾਊਦ ਦੀ, ਕਿਉਂਕਿ ਦਾਊਦ ਨੂੰ ਖੁਦਾ ਨੇ ਜਿਹੜੀ ਆ ਉਹ ਕਿਸ ਤਰੀਕੇ ਦੇ ਨਾਲ ਬਖਸ਼ਿਆ ਹਨਾ। ਇੱਥੇ ਦਾਊਦ ਜਿਹੜਾ ਨਾ ਉਹ ਮਤਲਬ ਆਪਣੇ ਗੁਨਾਹ ਦੇ ਕਰਕੇ ਬੜਾ ਪਰੇਸ਼ਾਨ ਆ। ਇਹਦੇ ਐਕਚੁਅਲੀ 12ਵੇਂ ਚੈਪਟਰ ਦੀ ਗੱਲ ਹੋ ਰਹੀ ਆ। ਦੂਜਾ ਸੈਮੂਅਲ ਤੇ 12ਵੇਂ ਚੈਪਟਰ ਦੇ ਵਿੱਚ ਦਾਊਦ ਦੀ ਗੱਲ ਹੋ ਗਈ ਆ। ਇੱਥੇ ਨਥਾਨ ਜਿਹੜਾ ਨਾ ਉਹ ਆਉਂਦਾ ਦਾਊਦ ਕੋਲੇ ਦੂਜੇ ਸੈਮੂਅਲ ਦੇ 12ਵੇਂ ਚੈਪਟਰ ਚ, ਕਹਿੰਦਾ ਤਦ ਨਥਾਨ ਨੇ ਦਾਊਦ ਨੂੰ ਕਿਹਾ ਕਿ ਉਹ ਆਦਮੀ ਤੂੰ ਹੀ ਹੈ ਜਿਹਨੂੰ ਤੂੰ ਕਿਹਾ ਕਿ ਵੱਢਣ ਦੇ ਯੋਗ ਹੋਵੇ, ਜਿਹਨੇ ਇੰਨਾ ਭੈੜਾ ਕੰਮ ਕੀਤਾ ਕਿ ਮਤਲਬ ਇੱਕ ਕਿਸੇ ਕੰਗਾਲ ਦੀ ਲੇਲੀ ਲੈ ਕੇ ਉਹਨੂੰ ਖਾਧਾ ਆ ਤੇ ਉਹਨੂੰ ਇਹੋ ਜਿਹੀ ਲੇਲੀ
ਦੀ ਬਜੇ 4 ਗੁਣਾ ਜ਼ਿਆਦਾ ਕੀਮਤ ਦੇਣੀ ਪਊਗੀ ਜਿਹਨੇ ਐਡਾ ਭੈੜਾ ਕੰਮ ਕੀਤਾ। ਤੇ ਨਿਥਾਨ ਉਹਨੂੰ ਕਹਿੰਦਾ ਕਿ ਉਹ ਬੰਦਾ ਤੂੰ ਹੀ ਆ। ਯਹੋਵਾ ਇਸਰਾਇਲ ਦੇ ਪਰਮੇਸ਼ਰ ਨੇ ਤੈਨੂੰ ਮੱਸਾ ਕੀਤਾ ਕਿ ਤੂੰ ਇਸਰਾਇਲ ਤੇ ਰਾਜ ਕਰੇ, ਤੈਨੂੰ ਸ਼ਾਉਲ ਦੇ ਹੱਥੋਂ ਛੁਡਾਇਆ, ਤੇਰੇ ਮਾਲਕ ਦਾ ਘਰ ਤੈਨੂੰ ਦੇ ਦਿੱਤਾ, ਤੇਰੇ ਮਾਲਕ ਦੀਆਂ ਰਾਣੀਆਂ ਤੇਰੀ ਬੁੱਕਲ 'ਚ ਦੇ ਦਿੱਤੀਆਂ, ਇਸਰਾਇਲ ਯਹੂਦਾ ਦੇ ਘਰਾਣੇ ਤੈਨੂੰ ਦੇ ਦਿੱਤੇ। ਪਰ ਜੇ ਤੇਰੇ ਕੋਲੇ ਸਾਰਾ ਕੁਝ ਥੋੜਾ ਸੀ ਤਾਂ ਤੂੰ ਹੋਰ ਚੀਜ਼ਾਂ ਯਹੋਵਾ ਕੋਲੋਂ ਮੰਗ ਲੈਂਦਾ, ਤੂੰ ਤੈਨੂੰ ਹੋਰ ਦੇ ਦਿੰਦਾ। ਪਰ ਤੂੰ ਉਹਦੀ ਆਗਿਆ ਨੂੰ ਤੁੱਛ ਜਾਣ ਕੇ ਉਹਦੇ ਅੱਗੇ ਕਾਹਨੂੰ ਬੁਰਾਈ ਕੀਤੀ? ਤੂੰ ਹਿੱਤੀ ਊਰੀਆ ਨੂੰ ਤਲਵਾਰ ਨਾਲ ਵਢਾਇਆ, ਉਹਦੀ ਪਤਨੀ ਨੂੰ ਆਪਣੀ ਪਤਨੀ ਬਣਾਇਆ ਤੇ ਅਮੋਨੀਆ ਦੀ ਤਲਵਾਰ ਨਾਲ ਉਹਨੂੰ ਵਢਾ ਸੁੱਟਿਆ। ਹੁਣ ਦੇਖ ਤੇਰੇ ਘਰੋਂ ਤਲਵਾਰ ਕਦੇ ਨਹੀਂ ਹਟਣੀ, ਕਿਉਂਕਿ ਤੂੰ ਮੈਨੂੰ ਤੁੱਛ ਜਾਣਿਆ ਤੇ ਊਰੀਆ ਦੀ ਪਤਨੀ ਨਾਲ ਲੈ ਕੇ ਆਪਣੀ ਪਤਨੀ ਬਣਾ ਲਈ। ਜੋ ਕਹਿੰਦਾ ਹੈ ਕਿ ਮੈਂ ਇੱਕ ਬਦੀ ਨੂੰ ਤੇਰੇ ਘਰ ਦੇ ਵਿੱਚੋਂ ਹੁਣ ਕਦੇ ਨਹੀਂ ਜਾਣ ਦੇਣਾ, ਉਹ ਤੇਰੇ ਘਰ ਉੱਤੇ ਪਾਉਣਾ। ਮੈਂ ਤੇਰੀਆਂ ਪਤਨੀਆਂ ਨੂੰ ਲੈ ਕੇ ਤੇਰੀਆਂ ਅੱਖਾਂ ਦੇ ਸਾਹਮਣੇ ਤੇਰੇ ਗੁਆਂਢੀ ਨੂੰ ਦੇਣਾ, ਇਸ ਸੂਰਜ ਦੇ ਸਾਹਮਣੇ ਹੋਏਗਾ, ਉਹ ਤੇਰੀਆਂ ਪਤਨੀਆਂ ਨਾਲ ਸੰਗ ਕਰਨਗੀਆਂ, ਕਿਉਂਕਿ ਤੈਂ ਇਹ ਗੱਲ ਲੁਕੇ ਕੀਤੀ ਤੇ ਮੈਂ ਸਾਰੇ ਇਸਰਾਇਲ ਦੇ ਸਾਹਮਣੇ ਖੁੱਲ ਮੁਖੁੱਲੀ ਕਰਨੀ ਆ। ਤਦ ਦਾਊਦ ਨੇ ਨਥਾਨ ਨੂੰ ਕਿਹਾ, ਹਾਂ ਮੈਂ ਯਹੋਵਾ ਦਾ ਪਾਪ ਕੀਤਾ। ਤੇ ਨਥਾਨ ਨੇ ਦਾਊਦ ਨੂੰ ਕਿਹਾ, ਯਹੋਵਾ ਨੇ ਵੀ ਤੇਰੇ ਪਾਪ ਨੂੰ ਬਖਸ਼ ਦਿੱਤਾ, ਤੂੰ ਨਹੀਂ ਮਰੇਗਾ। ਪਰ ਜਿਹੜਾ ਕੰਮ ਤੂੰ ਕੀਤਾ, ਯਹੋਵਾ ਦੇ ਵੈਰੀਆਂ ਦੀ ਨਿੰਦਿਆ ਦਾ ਵੱਡਾ ਵੇੜਾ ਲੱਭਿਆ ਕਿ ਲੋਕਾਂ ਨੇ ਤੇਰੇ ਤੇ ਤੋਏ ਤੋਏ ਕੀਤੀ, ਇਸ ਕਰਕੇ ਆ ਮੁੰਡਾ ਜਿਹੜਾ ਹੈ ਇਹ ਜ਼ਰੂਰ ਮਰ ਜਾਵੇਗਾ। ਤੇ ਨਥਾਨ ਨੇ ਕਹਿ ਕੇ ਆਪਣੇ ਘਰ ਚਲਿਆ ਗਿਆ। ਅਸੀਂ ਇੱਥੇ ਦੋ ਉੱਤੇ ਤੇ ਜਿਨ੍ਹਾਂ ਉੱਤੇ ਖਾਸ ਬਖਸ਼ਿਸ਼ ਸੀ ਪ੍ਰਭੂ ਦੀ, ਉਹਨਾਂ ਲੋਕਾਂ ਨੂੰ ਦੇਖਿਆ ਆ ਜਿਨ੍ਹਾਂ ਨੂੰ ਉਹਨੇ ਰਾਜ ਦਿੱਤਾ ਤੇ ਰਾਜ ਦੇ ਬਾਅਦ ਇੱਕ ਕੋਲ ਉਹਨੇ ਰਾਜ ਵਾਪਸ ਖੋਹ ਲਿਆ, ਲੈ ਲਿਆ, ਉਹਦਾ ਪਟ ਗਿਆ। ਸੈਮੂਅਲ ਨੇ ਆਪਣੇ ਨਬੀ ਦੇ ਰਾਹੀਂ ਉਹਨੂੰ ਨਬੀ ਭੇਜਿਆ, ਨਬੀ ਦੇ ਰਾਹੀਂ ਉਹਨੂੰ ਮੱਸਾ ਕਰਵਾਇਆ, ਮੱਸਾ ਕਰਵਾ ਕੇ ਉਹਨੂੰ ਰਾਜ ਦਿੱਤਾ, ਉਹਨੂੰ ਕਿਹਾ ਕੰਮ ਕਰਨ ਦਾ ਵੱਲ ਦੱਸਿਆ ਸ਼ਾਉਲ ਨੂੰ, ਤੇ ਸ਼ਾਉਲ ਨੇ ਕੰਮ ਜਿਹੜਾ ਉਹ ਉਸ ਆਪਣੇ ਤਰੀਕੇ ਨਾਲ ਕੀਤਾ, ਉਹਦੇ ਤਰੀਕੇ ਨਾਲ ਨਹੀਂ। ਐਂਡ ਉਹਨੇ ਕੁਛ ਚੀਜ਼ਾਂ ਆਪਣੇ ਪੇਟ ਦੀ ਪੂਰਤੀ ਲਈ ਉਹਦੇ ਵਿੱਚੋਂ ਬਚਾ ਲਈਆਂ, ਆਪਣੇ ਘਰ ਲਈ ਬਚਾ ਲਈਆਂ, ਤੇ ਉਹਨਾਂ ਕਰਕੇ ਉਹਦਾ ਨਾਸ਼ ਹੋਇਆ। ਐਂਡ ਦੂਜਾ ਅਸੀਂ ਇੱਥੇ ਦੇਖਦੇ ਕਿ ਉਹਦੀ ਗਲਤੀ ਜਿਹੜੀ ਆ ਉਹ ਚੀਜ਼ ਸਿਰਫ ਪੇਟ ਦੀ ਉਹਨੇ ਪੂਜਾ ਕੀਤੀ ਆ, ਤੇ ਉਹਦੀ ਗਲਤੀ ਮਤਲਬ ਦਾਊਦ ਜਿੰਨੀ ਨਹੀਂ ਆ। ਇੱਥੇ ਅਸੀਂ ਇਹਦੇ 12ਵੇਂ ਚੈਪਟਰ 'ਚ ਦਾਊਦ ਨੂੰ ਦੇਖਦੇ ਆ ਕਿ ਦਾਊਦ ਦੇ ਉੱਤੇ 3 ਵੱਡੇ ਗੁਨਾਹ ਆ। ਇੱਕ ਉਹਦੇ ਉੱਤੇ ਗੁਨਾਹ ਹੈ ਕਿ ਜੋ ਦੀ ਆਗਿਆ ਨਹੀਂ ਮੰਨੀ, ਦੂਜੀ ਉਹਨੇ ਊਰੀਆ ਹਿੱਤੀ ਦੀ ਪਤਨੀ ਉਹਨੂੰ ਊਰੀਆ ਨੂੰ ਵਢਾਇਆ ਹੈ, ਉਹਦਾ ਮਰਡਰ ਕਰਵਾਇਆ, ਤੀਜਾ ਉਹਦੀ ਅਡਲਟਰੀ ਕੀਤੀ ਆ, ਤੇ ਮਤਲਬ ਜਿਹੜਾ ਹੁਣ ਬੱਚਾ ਹੈ ਉਹ ਵੀ ਮਰਿਆ, ਉਹਦਾ ਗੁਨਾਹ ਵੱਡਾ ਆ। ਪਰ ਕਿਉਂ ਜੋ ਉਸੇ ਇਹਦੇ ਵਿੱਚ ਕੀ ਦੇਖਿਆ, ਇਹਦੀ 12ਵੀਂ ਦੀ ਤੁਸੀਂ 12ਵੀਂ ਆਇਤ ਦੇਖ ਲਓ, ਜਿਹਦੇ ਵਿੱਚ ਕੀ ਖੁਦਾ ਕਹਿੰਦਾ ਉਹਨੂੰ, ਕਹਿੰਦਾ ਹੈ ਕਿ ਤਦ ਨਥਾਨ ਨੇ ਦਾਊਦ ਨੂੰ ਕਿਹਾ ਮੈਂ ਦਾਊਦ ਨੇ ਨਥਾਨ ਨੂੰ ਕਿਹਾ ਮੈਂ ਯਹੋਵਾ ਦਾ ਪਾਪ ਕੀਤਾ, ਤੇ ਨਥਾਨ ਨੇ ਦਾਊਦ ਨੂੰ ਕਿਹਾ ਯਹੋਵਾ ਨੇ ਵੀ ਤੇਰਾ ਪਾਪ ਬਖਸ਼ ਦਿੱਤਾ। ਇੱਥੇ ਦਾਊਦ ਨੇ ਕੋਈ ਐਕਸਪਲੇਨੇਸ਼ਨ ਦਿੱਤਾ ਹੀ ਨਹੀਂ। ਉਹਨੇ ਨਹੀਂ ਕਿਹਾ ਸ਼ਾਉਲ ਨੂੰ ਕਿ ਮੇਰੇ ਲੋਕਾਂ ਦੇ ਸਾਹਮਣੇ ਮੇਰਾ ਆਦਰ ਕਰ, ਲੋਕੀ ਦੇਖਦੇ ਆ, ਲੋਕੀ ਕੀ ਕਹਿਣਗੇ, ਲੋਕੀ ਕੀ ਕਹਿਣਗੇ। ਬਸ ਉਹਨੇ ਇੱਕੋ ਗੱਲ ਕੀਤੀ, ਕਹਿੰਦਾ ਮੈਂ ਯਹੋਵਾ ਦਾ ਪਾਪ ਕੀਤਾ, ਕੋਈ ਗੱਲ ਹੀ ਨਹੀਂ ਦੂਜੀ, ਕਹਿੰਦਾ ਮੈਂ ਯਹੋਵਾ ਦਾ ਪਾਪ ਕੀਤਾ। ਇਦੋਂ ਵੱਡਾ ਕੁਛ ਹੈ ਹੀ ਨਹੀਂ ਹੋ ਰਿਹਾ ਨਾ। ਤੇ ਉਹਨੂੰ ਕਹਿੰਦਾ ਉਹਨੇ ਵੀ ਤੇਰਾ ਪਾਪ ਬਖਸ਼ ਦਿੱਤਾ, ਕਿਉਂਕਿ ਤੂੰ ਆਪਣੀ ਸਫਾਈ 'ਚ ਕੁਛ ਕਹਿ ਹੀ ਨਹੀਂ ਰਿਹਾ, ਤੂੰ ਕਹਿ ਹੀ ਨਹੀਂ ਰਿਹਾ, ਤੂੰ ਕਹਿੰਦਾ ਮੈਂ ਕੀਤਾ। ਹੁਣ ਤੇ ਪਰ ਕਹਿੰਦਾ ਉਹਦਾ ਜਿਹੜਾ ਕੌਨਸੀਕੁਐਂਸਿਸ ਆ ਨਾ ਉਸ ਪਾਪ ਦਾ, ਮਤਲਬ ਉਸ ਪਾਪ ਦਾ ਜਿਹੜਾ ਹਰਜਾਨਾ ਆ ਉਹ ਤੈਨੂੰ ਭੁਗਤਣਾ ਪੈਣਾ। ਕਿਹੜਾ ਕੌਨਸੀਕੁਐਂਸ? ਕਹਿੰਦਾ ਤੇਰੀਆਂ ਔਰਤਾਂ ਨੂੰ, ਕਹਿੰਦਾ ਤੇਰੇ ਗੁਆਂਢੀ ਦਿਨੇ ਲੈ ਕੇ ਜਾਣਗੇ ਤੇਰੀਆਂ ਅੱਖਾਂ ਦੇ ਸਾਹਮਣੇ, ਤੇ ਕਹਿੰਦਾ ਜਿਹੜਾ ਮੁੰਡਾ ਆ ਉਸ ਪਾਪ ਦੇ ਨਿਸ਼ਾਨੀ ਉਹ ਮਰ ਜਾਊਗਾ, ਤੂੰ ਤਾਂ ਲੋਕੇ ਕੀਤਾ ਸੀ ਹੁਣ ਤੇਰੇ ਸਾਹਮਣੇ ਕਰਾਣਾ। ਐਂਡ ਇੱਥੇ ਆ ਜਿਹੜੀ ਉਹਦੀ ਸਜ਼ਾ ਆ ਉਹ ਇਹਨੂੰ ਮਤਲਬ ਖੁਦਾ ਨੇ ਨਹੀਂ ਦਿੱਤੀ, ਉਹਦੇ ਜਿਹੜੀ ਉਹਨੇ ਗਲਤੀ ਕੀਤੀ, ਉਹਦੀ ਗਲਤੀ ਨੇ ਉਹਨੂੰ ਸਜ਼ਾ ਦਿੱਤੀ, ਉਹਨੇ ਆਪ ਗਲਤੀ ਦੇ ਵਿੱਚ ਪੈਰ ਰੱਖ ਲਿਆ। ਉਹ ਇਸ ਚੀਜ਼ ਦੀ ਸਜ਼ਾ ਨਾ ਤਾਂ ਕਿਸੇ ਹੋਰ ਨੂੰ ਨਹੀਂ ਦੇ ਸਕਦਾ, ਉਹਨੇ ਦਿੱਤੀ ਵੀ ਨਹੀਂ। ਉਹਦੇ ਹੱਥ ਖੜੇ ਕਰਕੇ ਤਾਂ ਮੈਂ ਜੋ ਉਹਦਾ ਪਾਪ ਕੀਤਾ। ਜਿਹੜਾ ਸ਼ਾਉਲ ਆ ਉਹਦਾ ਪਾਪ ਉਦੋਂ ਛੋਟਾ ਆ ਕਿਉਂਕਿ ਉਹਨਾਂ ਨੂੰ ਸਿਰਫ ਭੇਡਾਂ ਬੱਕਰੀਆਂ ਤੇ ਜਿਹੜੇ ਬਲਦ ਬੁਲਦ ਹੈਗੇ ਆ ਤੇ ਲੈ ਉਹੀ ਰੱਖੇ ਥੋੜੇ ਆਪਣੇ ਖਾਣ ਲਈ, ਤੇ ਵਿੱਚੋਂ ਕਹਿੰਦਾ ਮੈਂ ਤੇਰੇ ਰੱਬ ਦੇ ਅੱਗੇ ਵੀ ਮੱਥੇ ਟੇਕਦਾ। ਪਰ ਉਹਨੂੰ ਉਹਦਾ ਰਾਜ ਖੋ ਕੇ ਉਹਨੂੰ ਪਾੜ ਦਿੱਤਾ ਗਿਆ, ਕਿਉਂਕਿ ਉਹਨੇ ਕਿਹਾ ਮੇਰਾ ਆਦਰ ਕਰ ਲੋਕਾਂ ਦੇ ਸਾਹਮਣੇ। ਖੁਦਾ ਦੇ ਅੱਗੇ ਖੁਦਾ ਦੇ ਆਦਰ ਤੋਂ ਵੱਡਾ ਹੋਰ ਕੁਛ ਨਹੀਂ। ਪਰ ਜਦੋਂ ਅਸੀਂ ਉਹਦਾ ਆਦਰ ਠੀਕ ਤਰੀਕੇ ਨਾਲ ਕਰੀਏ, ਜਦੋਂ ਅਸੀਂ ਉਹਦੇ ਵਚਨ ਨੂੰ ਠੀਕ ਤਰੀਕੇ ਨਾਲ ਵੰਡੀਏ, ਤੇ ਤੁਹਾਨੂੰ ਉਹਦੇ ਵਚਨ ਨੂੰ ਕੌਣ ਨਹੀਂ ਠੀਕ ਤਰੀਕੇ ਨਾਲ ਵੰਡਣ ਦਿੰਦਾ? ਸ਼ੈਤਾਨ। ਕੌਣ ਨਹੀਂ ਤੋਬਾ ਕਰ ਜਾਣ ਦਿੰਦਾ? ਸ਼ੈਤਾਨ। ਕੌਣ ਨਹੀਂ ਤੁਹਾਨੂੰ ਠੀਕ ਤਰੀਕੇ ਨਾਲ, ਜਿਹੜਾ ਸਾਨੂੰ ਹੁਕਮ ਅਸੀਂ ਇਹਦੇ ਵਿੱਚ ਪੜ੍ਹਿਆ ਆ ਅੱਜ, ਜਿਹੜਾ ਸਾਨੂੰ ਦੱਸਿਆ ਗਿਆ ਆ ਕਿ ਤੁਸੀਂ ਮਤਲਬ ਖੁਦਾ ਦਾ ਹੁਕਮ ਮੰਨਣਾ ਆ, ਤੁਸੀਂ ਕੋਨੇ ਤੱਕ ਜਾਣਾ ਆ ਲੈ ਕੇ ਉਹਦੇ ਹੁਕਮ ਨੂੰ, ਕੌਣ ਨਹੀਂ ਇਸ ਹੁਕਮ ਨੂੰ ਪੂਰਾ ਕਰ ਦਿੰਦਾ? ਅਸੀਂ ਇਹਨੂੰ ਦੇਖਦੇ ਹਾਂ, ਹਨਾ।
ਅਸੀਂ ਇਹਦਾ ਲਾਸਟ ਜਿਹੜਾ ਇਹਦਾ ਹੈਗਾ ਮਤੀ ਅਸੀਂ ਇਹਦੇ ਨਾਲ ਹੀ ਖਤਮ ਕਰ ਦੇਣਾ। ਇੱਥੇ ਕਿਹਾ ਗਿਆ ਕਿ ਉਹ ਹੀ ਇਜ਼ ਨੋਟ ਹੇਅਰ, ਕਿ ਉਹਦੀ ਕਬਰ ਖਾਲੀ ਆ, ਹਨਾ। ਤੇ ਜਿਹੜੀ ਉਹਦੀ ਕਬਰ ਆ ਖੁਦਾਵੰਦ ਯਿਸੂ ਮਸੀਹ ਦੀ, ਉਹ ਮਤਲਬ ਕਿਸ ਤਰ੍ਹਾਂ ਖਾਲੀ ਸੀ, ਕਿਉਂਕਿ ਉਹ ਤਾਂ ਕਬਰ ਦੇ ਵਿੱਚ ਰਹਿਣ ਲਈ ਥੋੜਾ ਉੱਥੇ ਪਾਇਆ ਗਿਆ ਸੀ, ਉਹ ਤਾਂ ਸਾਡੀ ਕੁਰਬਾਨੀ ਦੇਣ ਲਈ ਇੱਕ ਉਹ ਤੇ ਇੱਕ ਉਹ ਕਬਰ ਤੇ ਇੱਕ ਰਾਹ ਸੀ ਜਿਹਦੇ ਵਿੱਚ ਉਹ ਲੰਘਿਆ, ਕਬਰ ਵਾਸਤੇ ਥੋੜਾ ਸੀ ਖੁਦਾਵੰਦ ਯਿਸੂ ਮਸੀਹ, ਹਨਾ। ਤੇ ਉਹ ਖਾਲੀ ਆ। ਅਸੀਂ ਇਹਨੂੰ ਰੋਮੀਓ 8ਵੇਂ ਦੀ ਪਹਿਲੀ ਦੂਜੀ ਆਇਤ ਵੀ ਦੇਖ ਸਕਦੇ ਹਾਂ। ਹੁਣ ਮਤਲਬ ਜਦੋਂ ਉਹਨੇ ਰਿਜੋਇਸ ਕਿਹਾ ਕਿ ਔਰਤਾਂ ਤੁਸੀਂ ਖੁਸ਼ੀ ਮਨਾਓ ਕਿਉਂਕਿ ਉਹ ਜੀ ਉੱਠਿਆ ਆ, ਹਨਾ। ਅਸੀਂ ਇਹਨੂੰ ਰੋਮੀਓ ਦੇ 8ਵੇਂ ਚੈਪਟਰ ਦੀ 11ਵੀਂ ਆਇਤ ਦੇਖਦੇ, ਕਿਉਂਕਿ ਜਦੋਂ ਅਸੀਂ ਵੀ ਆਪਣੀਆਂ ਗੁਨਾਹਾਂ ਨੂੰ ਖੁਦਾਵੰਦ ਯਿਸੂ ਮਸੀਹ ਦੇ ਨਾਲ ਸੂਲੀ ਤੇ ਚੜ੍ਹ ਦਿੰਦੇ ਆ ਨਾ, ਤੇ ਅਸੀਂ ਵੀ ਫਿਰ ਉਦੋਂ ਜੀ ਉੱਠਦੇ ਆ।